हाँ जी। बाणी गुरु ग्रंथ साहिब जी महाराज, राग गौड़ी सुखमनी, महला पंजवा। गुर के गृह सेवक जो रहे, गुर की आज्ञा मन में सहे, आपस को कर कछु न जनावे, हर हर नाम हृदय साध ध्यावे, मन बेचै सत गुर के पास, तिस सेवक के कारज रास, सेवा करत होए नेह कामी, तिस को होत प्राप्त स्वामी, अपनी कृपा जिस आप करे, नानक सो सेवक गुर की मत ले, बीस बिसवे गुर का मन माने, सो सेवक परमेश्वर की गत जाने। कल असी सत्संग के जो वचन सुने सी, वही अगले वचन जो लड़ीए वही अज असी फिर लै रहे हैं, क्योंकि पूरी तरह सानू क्लीयर हो सके, पता लग सके कि की कमी रहिंदी है साडे विच, जां किहड़ी कमी करके साडे अंदर वो भगती नहीं उपजदी, किस करके साडा गुरु नाल मिलाप नहीं हुंदा, और किहड़े कारणा करके सानू उस परम सुख की प्राप्ति नहीं होंदी। क्योंकि सतगुरां ने फरमाउणा कि ना रोण नाल, ना हसन नाल, ना कोई रंग तमाशिਆਂ नाल, ना कोई जंगलों च जाके ऐ चौंकड़ा मार के बैठण नाल कोई गल बननी है। गल तो उदों बननी है जदों असीं सतगुरां दे वचन ते विच आवांगे। इस करके जो भी सतगुरां दे वचन आए सी कल असीं सुने, और उन्हां तों पता चलिया साफ साफ ही कि सतगुर सानू की दसना चाहुंदे ने, किहड़ा रस्ता साडा जिहड़ा ब्लॉकेज नूं क्लीयर करना चाहुंदे ने। ते जिहड़े हुण भी इस तरह वचन आए कि गुरु के ग्रह सेवक जो रहे, गुरु की आज्ञा मन में सहे। ये कल असीं सारे वचन सुने सी। कल दे सत्संग किन्ना ने सुनिया? कल दा सत्संग इहदे विच जिहड़े बैठे ने, अच्छा, ते जिन्हां ने नहीं सुनिया उन्हां बारे पहलां मैं दस देवां, क्योंकि गल बेटी ये हुंदी है कि जिस तरह स्कूल लगता है ना, अजकल भी हुण एक चल रहा है कि ऑनलाइन क्लासां चल रही हैं। गल ये नहीं हुंदी कि कोई बहानेबाजी दी जां किसी दी, क्योंकि जिन्हें पढ़ना है, जिन्हें अगे वधना है, जिन्हें कुछ पाउणा है, ਉਹਨੂੰ ਪਹਿਲਾਂ ਬਹਾਨੇ ਸਾਰੇ ਛੱਡਣੇ ਪੈਣਗੇ। मैं कई बार दसिया है कि सतगुरां नूं की लोड़ सी
ਸਤਸੰਗ ਦੀ ਪ੍ਰਥਾ ਦੇ ਕਰਨ ਸ਼ੁਰੂ ਕਰਨ ਦੀ। ਨਾਮ ਮਿਲ ਗਿਆ ਹੈ ਤੇ ਬਸ ਹੁਕਮ ਇੱਕੋ ਹੀ ਦਿੰਦੇ ਕਿ ਬੇਟੇ ਜਾਓ ਔਰ ਜਾ ਕੇ ਜਿੱਥੇ ਮਰਜ਼ੀ ਜਾ ਕੇ ਨਾਮ ਜਪੋ, ਬਸ ਲੋੜ ਹੀ ਨਹੀਂ ਹੋਰ ਕੋਈ। ਲਾਸਟ ਤੇ ਉਹੀ ਹੈ ਨਾ। ਕੱਲ ਵੀ ਉਹੀ ਚੀਜ਼ ਅਸੀਂ ਦੇਖੀ ਸੀ ਕਿ ਸਤਿਗੁਰਾਂ ਨੇ ਫਰਮਾਇਆ ਕਿ ਸਤਿਗੁਰ ਇੱਥੇ ਕੀ ਦੇਣ ਵਾਸਤੇ ਆਉਂਦੇ ਨੇ। ਕਿਹਾ ਕਿ ਸਤਿਗੁਰ ਸਿੱਖ ਕੋ ਨਾਮ ਧਨ ਦੇ। ਉਹ ਦੂਸਰੇ ਬਾਹਰ ਦੇ ਧਨ ਦੀ ਨਹੀਂ ਗੱਲ ਕੀਤੀ ਉਹਨਾਂ ਨੇ ਕਿ ਕੋਠੀਆਂ ਕਾਰਾਂ ਜਾਂ ਕੋਈ ਬਹੁਤ ਪੈਸੇ ਦੇਣ ਆਏ ਨੇ। ਉਹਨਾਂ ਨੇ ਕਿਹਾ ਕਿ ਸਤਿਗੁਰ ਸਿੱਖ ਕੋ ਨਾਮ ਧਨ ਦੇ, ਨਾਮ ਦਾ ਧਨ ਦੇਣ ਆਏ। ਹੁਣ ਨਾਮ ਤਾਂ ਜਿਹਨੂੰ ਅਸੀਂ ਨਾਮ ਸਮਝਦੇ ਹਾਂ ਉਹ ਤਾਂ ਨਾਮ ਮਿਲ ਗਿਆ। ਅਸੀਂ ਕਹਿੰਦੇ ਹਾਂ ਕਿ ਸਾਡੀ ਤਾਂ ਹੋਈ ਹੋ ਗਈ, ਹੁਣ ਤੇ ਜੀ ਨਾਮ ਮਿਲ ਗਿਆ ਸਾਨੂੰ ਤੇ ਚਲੋ ਵੀ ਹੁਣ ਤੇ ਮੋਹਰ ਲੱਗ ਗਈ। ਪਰ ਜਦੋਂ ਤੱਕ ਅਸੀਂ ਸਤਿਗੁਰਾਂ ਦੇ ਸਾਰੇ ਵਚਨਾਂ ਨੂੰ ਅੱਛੀ ਤਰ੍ਹਾਂ ਨਹੀਂ ਸੁਣਾਂਗੇ, ਨਹੀਂ ਪਤਾ ਚੱਲੇਗਾ। ਵਿਚਾਰ ਨਹੀਂ ਕਰਾਂਗੇ, ਨਹੀਂ ਪਤਾ ਚੱਲੇਗਾ। ਸਕੂਲ 'ਚ ਦਾਖਲਾ ਲੈ ਲਿਆ ਤੇ ਸਕੂਲ ਕਦੀ ਵੜੇ ਨਾ, ਕਿਤਾਬ ਕਦੀ ਖੋਲ ਕੇ ਦੇਖੇ ਨਾ, ਟੀਚਰ ਦੇ ਕੋਲ ਕਦੀ ਬੈਠੇ ਨਾ, ਤੇ ਕੀ ਉਹ ਬੱਚਾ ਪਾਸ ਹੋ ਜਾਏਗਾ ਕਿ ਦਾਖਲਾ ਲੈ ਲਿਆ ਮੈਂ ਹੁਣ ਕਲਾਸਾਂ ਅੱਗੇ ਅੱਗੇ ਚੱਲੀ ਜਾਣਗੀਆਂ? ਨਹੀਂ। ਇਸ ਕਰਕੇ ਸਤਿਗੁਰਾਂ ਨੇ ਫਰਮਾਇਆ ਕਿ ਸਿਮਰਨ, ਸੇਵਾ, ਸਤਸੰਗ ਇਹ ਸਭ ਜ਼ਰੂਰੀ ਹੈ। ਲੇਕਿਨ ਕੱਲ੍ਹ ਦੇ ਵਚਨਾਂ ਦੇ ਵਿੱਚ ਸਾਰਾ ਕੁਛ ਹੀ ਪਿੱਛੇ ਕਲੀਅਰ ਹੋ ਚੁੱਕਿਆ ਹੈ। ਮੈਂ ਕਿਉਂ ਕਹਿ ਰਿਹਾ ਕਿ ਸਤਸੰਗ ਜ਼ਰੂਰੀ ਨਹੀਂ ਹੈ ਕਿ ਅਸੀਂ ਘਰਾਂ ਦੇ ਕੋਈ ਕੰਮਕਾਰ ਛੱਡ ਕੇ ਜਾਂ ਕਿਸ ਤਰ੍ਹਾਂ। ਠੀਕ ਹੈ, ਸਤਿਗੁਰਾਂ ਨੇ ਸਾਨੂੰ ਸਭ ਨੂੰ ਡਿਊਟੀਆਂ ਲਗਾਈਆਂ ਨੇ। ਗ੍ਰਸਤ ਦੇ ਵਿੱਚ ਅਸੀਂ ਸਾਰੇ ਹਾਂ, ਜਿਹੜੀਆਂ ਡਿਊਟੀਆਂ ਲਗਾਈਆਂ ਨੇ ਸਤਿਗੁਰਾਂ ਨੇ ਫਰਮਾਇਆ ਹੈ ਕਿ ਕਰਨੀਆਂ ਨੇ। ਸਾਰੇ ਸਾਰੇ ਕੰਮ ਕਰਨੇ ਨੇ, ਛੱਡਣਾ ਕੋਈ ਨਹੀਂ ਹੈਗਾ। ਪਰ ਇੱਕ ਵਚਨ ਆਮ ਹੀ ਫਰਮਾਇਆ ਕਿ ਹੱਥ ਕਾਰ ਵੱਲ ਚਿੱਤ ਯਾਰ ਵੱਲ, ਕਿ ਹੱਥਾਂ ਨਾਲ ਕੰਮਕਾਰ ਕਰਨਾ ਹੈ। ਜਿਸ ਤਰ੍ਹਾਂ ਅਸੀਂ ਦਫ਼ਤਰ ਜਾਂਦੇ ਹਾਂ ਤੇ ਕੀ ਅਸੀਂ ਘਰ ਨੂੰ ਭੁੱਲ ਜਾਂਦੇ ਹਾਂ? ਕਿ ਦੁਕਾਨ ਤੇ ਬੈਠਦੇ ਹਾਂ ਤੇ ਘਰ ਨੂੰ ਭੁੱਲ ਜਾਂਦੇ ਹਾਂ ਕਿ ਅੱਜ ਬੈਠੇ ਹਾਂ, ਹੁਣ ਸ਼ਾਮ ਤੱਕ ਤੇ ਕੋਈ ਮਤਲਬ ਹੁਣ ਕੋਈ ਰਾਤ ਸਾਨੂੰ ਯਾਦ ਨਹੀਂ ਆਉਂਦੀ ਕਿ ਆਪਾਂ ਘਰ ਜਾਣਾ ਹੈ। ਸਾਰੇ ਕੰਮ ਕਰਦੇ ਹਾਂ। ਇੰਨਾ ਵੀ ਯਾਦ ਹੁੰਦਾ ਹੈ, ਪਤਾ ਹੁੰਦਾ ਹੈ ਕਿ ਬਈ 2-4 ਘੰਟੇ ਹੁਣ ਫੋਨ ਕਰਕੇ ਪੁੱਛ ਲਈਏ ਘਰ ਠੀਕ ਠਾਕ ਹੈ, ਬੱਚੇ ਸਕੂਲੋਂ ਆ ਗਏ ਨੇ, ਆਹ ਸਮਾਨ ਆਉਣਾ ਸੀ ਆ ਗਿਆ, ਹਰ ਗੱਲ ਦਾ ਧਿਆਨ ਰੱਖਦੇ ਹਾਂ। ਸਾਰੇ ਕੰਮ ਹੀ ਪੂਰੇ ਨੇ, ਇੱਕ ਸਤਿਗੁਰਾਂ ਦੇ ਪਾਸੋਂ ਹੀ ਅਧੂਰੇ ਰਹਿੰਦੇ। ਫਿਰ ਉਹਦੇ ਕਰਕੇ ਕੀ ਹੁੰਦਾ ਹੈ ਕਿ ਮਨ ਦੇ ਵਿੱਚ ਸ਼ਾਂਤੀ ਨਹੀਂ ਆਉਂਦੀ। ਸਾਰਾ ਸੰਸਾਰ ਇਹਨੂੰ ਮਿਲ ਜਾਵੇ, ਸਾਰਾ ਪੂਰਾ ਸਭ ਕੁਛ ਇਹਦੀ ਝੋਲੀ 'ਚ ਪੈ ਜਾਵੇ, ਲੇਕਿਨ ਫਿਰ ਵੀ ਟਸ 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 ਇਹਦੇ ਅੰਦਰ ਲੱਗੀ ਰਹਿੰਦੀ ਹੈ। ਫਿਰ ਉਹਦੇ ਕਰਕੇ ਅਸੀਂ ਪੁਕਾਰਾਂ ਕਰਦੇ ਹਾਂ। ਦੇਖੋ ਬੜੀਆਂ ਜਗ੍ਹਾ ਦੇ ਉੱਤੇ ਤੁਸੀਂ ਦੇਖਿਆ ਬਾਹਰ ਕਈ ਸੰਸਥਾਵਾਂ ਦੇ ਉੱਤੇ ਉਹਨਾਂ ਨੇ ਬੰਦ ਹੀ ਕਰ ਦਿੱਤਾ ਕਿ ਕੋਲ ਬੈਠਣਾ ਕਿਸੇ ਨੂੰ। ਸੰਗਤ ਆਉਂਦੀ ਏ, ਸਤਸੰਗ ਹੁੰਦਾ ਏ, ਮੱਥਾ ਦੂਰੋਂ ਹੀ ਬਸ ਟੇਕਿਆ, ਚਲੋ ਜੀ ਆਪਣੇ ਘਰਾਂ। ਕਾਹਦੇ ਵਾਸਤੇ? ਸਿਆਣੇ ਨੇ ਉਹ, ਉਹਨੂੰ ਪਤਾ ਹੈ ਕਿ ਨਹੀਂ ਵੀ ਇਹ ਗੱਲ ਨਹੀਂ ਬਣਨੀ ਕਦੀ ਵੀ। ਪਰ ਸਤਿਗੁਰ ਦਿਆਲ ਕਿ ਉਹਨਾਂ ਨੇ ਆਪਣੇ ਦਰਬਾਰ ਦੇ ਵਿੱਚ ਇੱਕ ਅਲੱਗ ਤੋਂ ਹੀ ਇੱਕ ਰੀਤ ਰੱਖੀ, ਕਿਉਂਕਿ ਸਾਡੇ ਨਾਲ ਪਿਆਰ ਕਰਦੇ ਨੇ, ਸੱਚਾ ਪਿਆਰ। ਕੱਲ ਵੀ ਜੋ ਸਤਿਗੁਰਾਂ ਦੇ ਵਚਨ ਆਏ ਸੀ ਕਿ ਉਹ ਆਪਣੇ ਜੀ ਨਾਲ ਪਾਲਦੇ ਨੇ, ਸਿਰਫ ਜਿੰਦ ਜਾਨ ਨਾਲ ਪਿਆਰ ਕਰਦੇ ਨੇ। ਪਰ ਜਦੋਂ ਤੱਕ ਸਾਡਾ ਪਿਆਰ ਨਹੀਂ ਬਣਦਾ ਉਦੋਂ ਤੱਕ ਗੱਲ ਨਹੀਂ ਬਣਦੀ। ਸਾਡਾ ਪਿਆਰ ਕੀ ਹੈ? ਕਿਸ ਤਰ੍ਹਾਂ ਮੈਂ ਹੁਣੀ ਗੱਲ ਕੀਤੀ ਕਿ ਜਿੱਥੇ ਜੇ ਸਾਡੇ ਅੰਦਰ ਚਾਹ ਹੋਏਗੀ ਤਾਂ ਫਿਰ ਅਸੀਂ ਲੱਭ ਲੈਂਦੇ ਹਾਂ। ਜਿੱਥੋਂ ਮਰਜ਼ੀ ਜਿਹੜੀ ਜਿਹੜੀ ਚੀਜ਼ ਦਾ ਮਨ 'ਚ ਚਾਹ ਹੋਵੇ, ਅਸੀਂ ਉਹ ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਉਹਨੂੰ ਲੱਭ ਲੈਂਦੇ, ਢੂੰਡ ਲੈਂਦੇ ਹਾਂ। ਇਸੇ ਤਰ੍ਹਾਂ ਹੀ ਜਦੋਂ ਤੱਕ ਸਾਨੂੰ ਗੁਰੂ ਨਾਲ, ਗੁਰੂ ਦੇ ਬਚਨਾਂ ਨਾਲ ਪਿਆਰ ਨਹੀਂ ਹੋਏਗਾ ਤੇ ਭਾਵੇਂ ਸਾਡੇ ਕੋਲ ਵੀ ਹੋਣ, ਸਾਨੂੰ ਕੋਈ ਫਾਇਦਾ ਨਹੀਂ ਉਹਨਾਂ ਦਾ। ਤੇ ਜੇ ਸਾਡੇ ਅੰਦਰ ਉਹ ਹੋਏਗੀ, ਤੜਫ ਹੋਏਗੀ, ਤੇ ਫਿਰ ਅਸੀਂ ਉਹਨਾਂ ਨੂੰ ਕਿਤੋਂ ਵੀ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਤਸੰਗ ਦੇ ਵਿੱਚ ਕਿਉਂ ਕਿਹਾ ਦੀ ਲੜੀ, ਜਿਸ ਤਰ੍ਹਾਂ ਮੈਂ ਪੁੱਛਿਆ ਕਿ ਕੱਲ ਸਤਸੰਗ ਕਿਹਨਾਂ ਨੇ ਸੁਣਿਆ, ਕਿਉਂਕਿ ਗੱਲ ਇਹ ਨਹੀਂ ਹੈ ਕਿ ਅਸੀਂ ਡੇਰੇ ਆਵਾਂਗੇ ਤੇ ਸਤਸੰਗ ਸੁਣਾਂਗੇ ਤੇ ਡੇਰੇ ਤੇ ਪਤਾ ਨਹੀਂ ਕਦੋਂ ਆਵਾਂਗੇ। ਹੁਣ ਰੋਜ਼ ਦੇ ਕੰਮ ਤਾਂ ਨਹੀਂ ਛੱਡ ਸਕਦੇ ਅਸੀਂ, ਲੇਕਿਨ ਇੱਕ ਸਤਿਗੁਰਾਂ ਨੇ ਸਾਡੇ, ਮੈਂ ਕਹਿੰਦਾ ਕਿ ਇਸ ਤਰ੍ਹਾਂ ਬਾਹਰ ਦੀਆਂ ਜਿਹੜੀਆਂ ਚੀਜ਼ਾਂ ਸੋਸ਼ਲ ਮੀਡੀਆ ਕਹਿ ਲਈਏ, ਕਿਸੇ ਤਰੀਕੇ ਦੇ ਵੀ ਜਿਹੜੀਆਂ ਟੈਕਨੋਲੋਜੀ ਅੱਜ ਆਈ ਹੈ, ਸਤਿਗੁਰਾਂ ਦੀ ਇੱਕ ਦੇਣ ਹੈ ਵੀ। ਨਹੀਂ ਉਲਟ ਬੰਨੇ ਲੈਣਾ ਤਾਂ ਜਿੱਧਰ ਨੂੰ ਮਰਜ਼ੀ ਜਾਓ, ਤਾਂ ਹਰ ਚੀਜ਼ ਤੁਹਾਨੂੰ, ਰੋਟੀ ਵੀ ਵੱਧ ਖਾਈਏ ਤਾਂ ਉਹਦਾ ਵੀ ਨੁਕਸਾਨ ਹੈ, ਪਾਣੀ ਵੱਧ ਪੀ ਲਈਏ ਉਹਦਾ ਵੀ ਨੁਕਸਾਨ ਹੈ, ਵਰਤ ਰੱਖਦੇ ਹਾਂ, ਫਾਸਟ ਰੱਖਦੇ ਹਾਂ, ਉਹ ਵੀ ਜ਼ਿਆਦਾ ਕਰ ਲਈਏ ਉਹਦਾ ਵੀ ਨੁਕਸਾਨ ਹੈ। ਹਰ ਚੀਜ਼ ਇੱਕ ਬੈਲੈਂਸ ਚਾਹੀਦੀ। ਇਸੇ ਤਰ੍ਹਾਂ ਹੀ ਇਹਦਾ ਵੀ ਫਾਇਦਾ ਹੈ। ਲੋਕੀ ਜਿਹੜੇ ਸਤਿਗੁਰਾਂ ਦੇ ਬੱਚੇ ਕਈ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਵੀ ਜਿਹੜੇ ਆ ਉਸ ਲੜੀ ਨਾਲ ਜੁੜੇ ਨੇ, ਉਹ ਉੱਥੇ ਵੀ ਬੈਠਿਆਂ ਸਭ ਕੁਛ ਜਿਹੜਾ ਆ ਉਹ ਸਤਿਗੁਰਾਂ ਦੇ ਉਹ ਵਚਨਾਂ ਦੇ ਰਾਹੀਂ ਉਹ ਜਿਹੜਾ ਪ੍ਰਸ਼ਾਦ ਆ ਉਹਨਾਂ ਤੱਕ ਪਹੁੰਚ ਰਿਹਾ ਹੈ ਤੇ ਉਹ ਲੈ ਕੇ ਤੇ ਤ੍ਰਿਪਤ ਹੋ ਰਹੇ। ਔਰ ਅਸੀਂ ਕਈ ਵਾਰੀ ਕੋਲ ਬੈਠੇ ਵੀ, ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਜਦੋਂ ਤੱਕ ਸਾਡੇ ਮਨ 'ਚ ਚਾਅ ਨਹੀਂ ਹੋਏਗਾ ਉਦੋਂ ਤੱਕ ਕੋਈ ਚੀਜ਼ ਨਹੀਂ ਗੱਲ ਬਣਦੀ। ਸਾਡੇ ਮਨ 'ਚ ਚਾਅ ਕਾਹਦਾ ਹੁੰਦਾ ਹੈ?
ਕੱਲ ਸੰਖੇਪ ਦੇ ਵਿੱਚ ਜਿਹੜੇ ਵਚਨ ਆਏ ਸੀ ਮੈਂ ਥੋੜੇ ਜਿਹੇ ਦੱਸ ਦਿੰਦਾ ਹੈ ਕਿ ਉਹਨਾਂ ਦੇ ਵਚਨ ਸੀ। ਕਿਉਂਕਿ ਸਤਿਗੁਰਾਂ ਦੇ ਬਹੁਤ ਸਤਸੰਗ ਸੁਣੇ ਨੇ ਅਸੀਂ, ਪਤਾ ਲੱਗ ਹੀ ਜਾਏਗਾ ਵਚਨਾਂ ਤੋਂ। ਫਰਮਾਇਆ ਕਿ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਤਿਸਕੇ ਸੰਗ ਸਿੱਖ ਉਦਰੇ ਨਾਨਕ ਹਰਿ ਗੁਣ ਗਾਓ। ਫਰਮਾਇਆ ਕਿ ਸਤਿਪੁਰਖ ਜਿਨ ਜਾਣਿਆ, ਅਸੀਂ ਤਾਂ ਕਹਿੰਦੇ ਅਸੀਂ ਜਾਣ ਲਿਆ ਗੁਰੂ ਨੂੰ, ਅਸੀਂ ਮਿਲ ਲਿਆ ਗੁਰੂ ਨੂੰ, ਅਸੀਂ ਗੁਰੂ ਕੋ ਨਾਮ ਲੈ ਲਿਆ, ਅਸੀਂ ਕਰ ਲਿਆ, ਪਰ ਉਹਨਾਂ ਨੇ ਫਰਮਾਇਆ ਤਾਂ ਸਾਫ਼ ਹੈ ਕਿ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਕਿ ਇੱਕ ਸਤਿਗੁਰ ਹੀ ਨੇ ਜਿਨ੍ਹਾਂ ਨੂੰ ਸਤਿਪੁਰਖ ਨੂੰ ਜਾਣ ਲਿਆ, ਅਸੀਂ ਨਹੀਂ ਅਜੇ ਜਾਣਿਆ। ਕਿਉਂਕਿ ਅਸੀਂ ਤਾਂ ਜੇ ਆਪਣੇ ਆਪ ਨੂੰ ਨਹੀਂ ਜਾਣਿਆ ਕਿ ਅਸੀਂ ਕੌਣ ਹੈ। ਸਾਨੂੰ ਇੰਨਾ ਪਤਾ ਹੈ ਸੰਸਾਰੀ ਤੌਰ ਤੇ ਅਸੀਂ ਫਲਾਣੇ ਦੇ ਪੁੱਤਰ ਆ, ਫਲਾਣੇ ਦੇ ਧੀ ਆ, ਫਲਾਣੇ ਦਾ ਸਾਡਾ ਦਾਦਾ ਪੜਦਾਦਾ, ਸਾਡਾ ਆਹ ਵੰਸ਼ ਜਾਂ ਜੋ ਵੀ, ਬਸ ਇੱਥੋਂ ਤੱਕ ਸਾਨੂੰ। ਉਸ ਤੋਂ ਪਹਿਲਾਂ ਪਤਾ ਨਹੀਂ ਕਿ ਜਦੋਂ ਅਸੀਂ ਨਹੀਂ ਸੀ ਜਨਮ ਲਿਆ ਉਦੋਂ ਅਸੀਂ ਕਿੱਥੇ ਸਾਂ। ਜਦੋਂ ਸਾਡੇ ਵੱਡਿਆਂ ਨੇ ਪਿਤਾ ਨੇ, ਦਾਦੇ ਪਿਤਾ, ਉਹਨਾਂ ਨੇ ਜਨਮ ਨਹੀਂ ਸੀ ਲਿਆ ਤੇ ਉਹ ਕਿੱਥੇ ਸੀ? ਅਸੀਂ ਇਕੱਠੇ ਸਾਂ ਕਿਤੇ ਕਿ ਜਾਂ ਅਲੱਗ-ਅਲੱਗ ਸੀ? ਪਤਾ ਨਹੀਂ। ਜਿਹੜੇ ਪਿਤਾ ਦੀ ਰੂਹ ਸੀ ਉਹ ਕਿੱਥੇ ਸੀ? ਪਤਾ ਨਹੀਂ ਇਹ ਜਿਹੜੀ ਇਹਦੀ ਰੂਹ ਆ ਉਹ ਕਿੱਥੇ ਸੀ? ਕਿੱਥੋਂ ਕਿੱਥੋਂ ਉਹ ਜਿਹੜੇ ਮੇਲ ਮਿਲੇ ਕਰਮਾਂ ਕਰਕੇ ਤੇ ਆਏ। ਇਸ ਕਰਕੇ ਉਹਨੇ ਫਰਮਾਇਆ ਕਿ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਕਿ ਸਤਿਗੁਰ ਹੀ ਇਹ ਉਹਦੇ ਨਾਲ ਇੱਕਮਿਕ ਹੋ ਜਾਂਦੇ ਨੇ, ਉਹਨੂੰ ਜਾਣਦੇ ਨੇ। ਕਿ ਤਿਸਕੇ ਸੰਗ ਸਿੱਖ ਉਦਰੇ ਹਰਿ ਨਾਨਕ ਹਰਿ ਗੁਣ ਗਾਓ, ਕਿ ਉਹਦੇ ਨਾਲ ਉਸ ਸਿੱਖ ਸਤਿਗੁਰ ਦੇ ਨਾਲ ਲੱਗ ਕੇ ਤੇ ਬਈ ਸਿੱਖ ਜਿਹੜੇ ਤਰ ਜਾਂਦੇ ਨੇ। ਜਿਸ ਤਰ੍ਹਾਂ ਲੋਹੇ ਦੀ ਇੱਕ ਸੂਈ ਵੀ ਜਿਹੜੀ ਹੈ, ਸੂਈ ਵੀ ਛੋਟੀ ਜਿਹੀ ਪਾਣੀ 'ਚ ਨਹੀਂ ਤਰ ਸਕਦੀ, ਪਰ ਟਨਾ ਮੋਈ ਜਿਹੜਾ ਲੋਹਾ ਜਿਹੜਾ ਆ ਉਹ ਬੇੜੇ ਦੇ ਨਾਲ ਲਾ ਦਈਏ, ਉੱਤੇ ਲਾ ਦਈਏ ਤੇ ਉਹ ਜਿਹੜਾ ਚਲੇ ਜਾਂਦਾ ਹੈ, ਉਹਦੇ ਨਾਲ ਲੱਗ ਕੇ ਲੋਹਾ ਤਰ ਜਾਂਦਾ ਹੈ। ਵੈਸੇ ਨਹੀਂ। ਅੱਗੇ ਫਰਮਾਇਆ ਕਿ ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ, ਕਿ ਸਤਿਗੁਰ ਸਿੱਖ ਤੇ ਹਮੇਸ਼ਾ ਹੀ ਦਿਆਲ ਰਹਿੰਦੇ ਨੇ, ਸੇਵਕ ਦੇ ਉੱਤੇ ਸਤਿਗੁਰ ਹਮੇਸ਼ਾ ਹੀ ਦਿਆਲ ਨੇ ਤੇ ਉਹਨੂੰ ਉਹਦੀ ਪਾਲਣਾ ਪੋਸ਼ਣਾ ਉਹਦੀ ਹਮੇਸ਼ਾ ਹੀ ਕਰਦੇ ਨੇ। ਪਰ ਮੈਂ ਕੱਲ ਵੀ ਦੱਸਿਆ ਸੀ, ਵਚਨ ਧਿਆਨ ਨਾਲ ਸੁਣੋ ਕਿਉਂਕਿ ਪਤਾ ਚੱਲ ਸਕੇ। ਕਿਉਂਕਿ ਅਸੀਂ ਲਾਂਭੇ ਦਿੰਦੇ ਹਾਂ, ਅਸੀਂ ਕਈ ਵਾਰੀ ਰੋਸਾ ਕਰਦੇ ਹਾਂ, ਮੇਰਾ ਆਹ ਕੰਮ ਨਹੀਂ ਹੋਇਆ, ਮੇਰਾ ਉਹ ਕੰਮ ਨਹੀਂ ਹੋਇਆ, ਮੈਨੂੰ ਤਾਂ ਇੰਨੇ ਦਿਨ ਹੋ ਗਏ ਬੇਨਤੀ ਕਰਦਿਆਂ, ਮੈਨੂੰ ਤਾਂ ਇੰਨੇ ਦਿਨ ਹੋ ਗਏ ਹਾਜ਼ਰੀਆਂ ਭਰਦਿਆਂ, ਮੇਰਾ ਕੰਮ ਕਿਉਂ ਨਹੀਂ ਹੋਇਆ? ਉਹਦੇ ਬਾਰੇ ਕਲੀਅਰ ਕਰ ਰਹੇ ਨੇ। ਫਿਰ ਉਹਨਾਂ ਨੇ ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਸਤਿਗੁਰ ਸਿੱਖ ਕੀ ਸਿੱਖ ਦੀ ਪਾਲਣਾ ਪੋਸ਼ਣਾ ਕਰਦੇ ਆ, ਸੰਸਾਰ ਦੀ ਨਹੀਂ। ਜਿਸ ਤਰ੍ਹਾਂ ਅਸੀਂ ਆ ਆਪਣੇ ਬੱਚਿਆਂ ਤੱਕ ਸਾਡਾ ਸਹਿਮਤ ਹੁੰਦੀ ਹੈ ਉੱਥੋਂ ਤੱਕ ਕਿ ਬੱਚਿਆਂ ਦੀ ਪਾਲਣਾ ਪੋਸ਼ਣਾ, ਗਵਾਂਢੀ ਭਾਵੇਂ ਨਾਲ ਦੇ ਭੁੱਖਿਆ, ਸਾਨੂੰ ਕੀ ਹੁੰਦਾ ਉਹਦੇ ਨਾਲ? ਜ਼ਿੰਮੇਵਾਰੀ ਕਿਹਦੀ ਹੁੰਦੀ ਹੈ? ਸਤਿਗੁਰ ਕਿਹਦੇ ਵਾਸਤੇ ਆਏ ਨੇ? ਸਿੱਖ ਵਾਸਤੇ, ਸੰਸਾਰ ਵਾਸਤੇ ਨਹੀਂ ਆਏ। ਸੰਸਾਰ ਵਾਸਤੇ ਆਏ ਹੁੰਦੇ ਤੇ ਕਿੰਨੀਆਂ ਪਾਤਸ਼ਾਹੀਆਂ ਅੱਜ ਤੱਕ ਆ ਚੁੱਕੀਆਂ ਨੇ ਤੇ ਸਾਰਾ ਸੰਸਾਰ ਤਰ ਗਿਆ ਹੁੰਦਾ, ਪਰ ਨਹੀਂ। ਹੁਣ ਪਤਾ ਕਿ ਸਤਿਗੁਰੂ ਸਿੱਖ ਕੀ ਕਰੇ ਪ੍ਰਤਪਾਲ, ਸੇਵਕ ਕੋ ਗੁਰੂ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲ ਹਿਰੇ, ਗੁਰ ਬਚਨੀ ਹਰ ਨਾਮ ਉਚਰੇ। ਸਿੱਖ ਦੀ ਜਿਹੜੀ ਦੁਰਮਤ ਏ, ਜਿਹੜੀ ਉਹਦੀ ਮੈਲ ਏ, ਉਹ ਗੁਰੂ ਹਰ ਲੈਂਦਾ, ਉਹਦੀ ਉਤਾਰ ਦਿੰਦਾ ਹੈ, ਉਹਦੀ ਲਾ ਦਿੰਦਾ ਹੈ। ਪਰ ਕਿਹਦੀ? ਸਿੱਖ ਦੀ, ਜਿਹਨੇ ਆਪਣਾ ਆਪ ਭੇਟ ਕਰ ਦਿੱਤਾ ਹੈ ਕਿ ਠੀਕ ਹੈ ਜੀ ਮੈਂ ਤਾਂ ਤੁਹਾਡਾ ਹਾਂ, ਅੰਦਰੋਂ ਇੱਕ ਹੋ ਗਿਆ ਹੈ। ਉਹਦੀ ਫਿਰ ਜ਼ਿੰਮੇਵਾਰੀ ਹੁੰਦੀ ਹੈ ਕਿ ਠੀਕ ਹੈ ਵੀ ਇਹ ਜਿੱਦਾਂ ਦਾ ਵੀ ਹੈ, ਇਹਦਾ ਹੁਣ ਧੋਬੀ ਕੋਲ ਜਿਹੜਾ ਕੱਪੜਾ ਆ ਗਿਆ ਹੈ, ਉਹਦੀ ਮੈਲ ਲਾਉਣੀ ਧੋਬੀ ਦਾ ਕੰਮ ਹੈ, ਜਿੱਦਾਂ ਮਰਜ਼ੀ ਲਾਵੇ, ਕਿਉਂਕਿ ਸਪੁਰਦ ਹੋ ਗਿਆ ਉਹਦੇ। ਮੈਂ ਕੱਲ ਵੀ ਦੱਸਿਆ ਸੀ, ਉਹਨੂੰ ਭਾਵੇਂ ਭੱਠੀ ਤੇ ਚੜਾਵੇ, ਉਹ ਤੇ ਭਾਵੇਂ ਤੇਜ਼ਾਬ ਪਾਵੇ, ਉਹਦੇ ਤੇ ਭਾਵੇਂ ਥਾਪੀ ਨਾਲ ਕਰਕੁੱਟੇ, ਉਹਦਾ ਮਤਲਬ ਹੈ ਉਹਦਾ ਦਾਗ ਲਾਉਣਾ, ਕਿਉਂਕਿ ਕੱਪੜਾ ਉਹਦੇ ਸਪੁਰਦ ਹੋ ਗਿਆ, ਉਹਦੀ ਸ਼ਰਨ 'ਚ ਚਲਾ ਗਿਆ। ਇਸੇ ਤਰ੍ਹਾਂ ਜਦੋਂ ਸਿੱਖ ਸ਼ਰਨ 'ਚ ਜਾਏਗਾ ਗੁਰੂ ਦੀ, ਤੇ ਫਿਰ ਉਹਦੀ ਮੈਲ ਲੱਥੇਗੀ ਤੇ ਗੁਰ ਬਚਨੀ ਹਰ ਨਾਮ ਉਚਰੇ, ਫਿਰ ਗੁਰੂ ਦਾ ਬਚਨ ਮੰਨੇਗਾ ਏ ਤੇ ਫਿਰ ਹਰੀ ਦੇ ਉਧਰ ਜਿਹੜੀ ਆ ਨਾਮ ਦੀ ਮਹਿਮਾ ਹੋਏਗੀ। ਅੱਗੇ ਕਿਹਾ ਸਤਿਗੁਰੂ ਸਿੱਖ ਕੇ ਬੰਧਨ ਕਾਟੇ, ਸਤਿਗੁਰ ਸਿੱਖ ਦੇ ਬੰਧਨ ਕੱਟਦੇ ਨੇ। ਪਰ ਸਾਨੂੰ ਨਹੀਂ ਲੱਗਦਾ, ਅਸੀਂ ਤੇ ਕਹਿੰਦੇ ਆ ਕਿ ਅਸੀਂ ਤੇ ਜਿਉਂ ਜੰਮੇ ਤਿਉਂ ਹੀ ਦੁੱਖ ਹੀ ਦੁੱਖ ਵੇਖਿਆ, ਅਸੀਂ ਤੇ ਸਾਡਾ ਤਾਂ ਕੋਈ ਬੰਧਨ ਨਹੀਂ ਕੱਟਿਆ ਗਿਆ। ਸਾਡਾ ਤੇ ਫਲਾਣਾ ਕੰਮ ਅੜਿਆ ਪਿਆ, ਉਹਨੂੰ 4 ਸਾਲ ਹੋ ਗਏ ਨੇ ਉਹ ਨਹੀਂ ਹੋਇਆ, ਫਲਾਣੇ ਕੰਮ ਨੂੰ 10 ਸਾਲ ਹੋ ਗਏ ਉਹ ਨਹੀਂ ਹੋਇਆ, ਫਲਾਣੇ ਨੂੰ ਅੱਜ 2 ਸਾਲ ਹੋ ਗਏ ਉਹ ਨਹੀਂ ਹੋਇਆ, ਕਿਉਂ ਨਹੀਂ? ਇਹ ਅਸੀਂ ਇਹਨਾਂ ਨੂੰ ਸਮਝਦੇ ਹਾਂ, ਪਰ ਇਸ ਤੋਂ ਵੀ ਬੜੇ ਵੱਡੇ ਬੰਧਨ ਹੋਰ ਵੀ ਇਹਨੂੰ ਜਿਨ੍ਹਾਂ ਨੇ ਬੰਨਿਆ ਪਿਆ ਹੈ। ਤੇ ਉਹਨੇ ਫਰਮਾਇਆ ਕਿ ਸਤਿਗੁਰ ਸਿੱਖ ਕੇ ਬੰਧਨ ਕਾਟੇ। ਫਿਰ ਗੱਲ ਉਹੀ ਆਈ, ਉਹਨਾਂ ਨੇ ਇਹ ਨਹੀਂ ਕਿਹਾ ਕਿ ਸਤਿਗੁਰ ਸੰਸਾਰ ਕੇ ਬੰਧਨ ਕਾਟੇ, सतगुर दुनिया के बंधन काटे, उन्होंने कहा सतगुर सिख के बंधन काटे। अगे की फरमाया कि गुरु का सिख विकार ते हटे, बंधन सारे ही ਉਹਦੇ ਕੱਟ ਦਿੰਦੇ ਨੇ। ਕੋਈ ਦੁਨੀਆ ਦੀ ਬੇੜੀ ਐਸੀ ਨਹੀਂ ਬਣੀ ਕਿ ਜਿਹੜੀ ਨਹੀਂ ਕੱਟੀ ਜਾ ਸਕਦੀ ਜਾਂ ਗੁਰੂ ਨੂੰ ਨਹੀਂ ਕੱਟ ਸਕਦਾ, ਪਰ ਜੋ ਉਹਦੇ ਬਚਨਾਂ ਤੇ ਚੱਲੇਗਾ। ਉਹਨਾਂ ਕਿਹਾ ਕਿ ਗੁਰੂ का सिख विकार ते हटे, ਜੇ ਸਤਿਗੁਰਾਂ ਦੇ ਬਚਨਾਂ ਦੇ ਉੱਤੇ ਚੱਲ ਕੇ ਅਸੀਂ ਵਿਕਾਰਾਂ ਨੂੰ ਛੱਡਾਂਗੇ, ਜੋ ਪੁਰਾਣੀ ਮਾਤਿਆ ਜਿਹੜੀ ਉਹਨੂੰ ਛੱਡਾਂਗੇ, ਗੁਰੂ ਦੇ ਬਚਨ ਤੇ ਚੱਲਣਾ ਸ਼ੁਰੂ ਕਰਾਂਗੇ ਤੇ ਸਤਿਗੁਰ ਸਾਰੇ ਬੰਧਨ ਕੱਟ ਦੇਣਗੇ। ਅੱਗੇ ਫਰਮਾਇਆ ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰੂ ਕਾ ਸਿੱਖ ਵਡਭਾਗੀ ਹੈ।
ਹੁਣ ਫਿਰ ਉੱਥੇ ਕਲੀਅਰ ਕਰ ਦਿੱਤਾ ਕਿ ਸਤਿਗੁਰ ਸਿੱਖ ਕੋ ਨਾਮ ਧਨ ਦੇ। ਅਸੀਂ ਕਹਿੰਦੇ ਆ ਕਿ ਕਈ ਵਾਰੀ ਅਸੀਂ ਹੁੰਦਾ ਹੈ ਕਿ ਬਈ ਉਹ ਠੀਕ ਹੈ, ਇਹ ਤਾਂ ਸਾਡਾ ਕਰਮਾਂ ਦਾ ਲੇਖਾ ਜੋਖਾ ਸਾਰਾ ਵਾ, ਇਹਦੇ ਚ ਵੀ ਦੇਖ ਚ ਵੇਖ ਮਾਰ ਦਿੰਦੇ ਨੇ, ਪਰ ਸ਼ਰਤ ਉਹੀ ਹੈ ਫਿਰ ਇਹ ਸਿੱਖ ਹੋਵੇ। ਜੇ ਸਿੱਖ ਨਹੀਂ ਹੈ ਤੇ ਫਿਰ ਨਹੀਂ, ਸਿੱਖ ਦੇ ਬੰਧਨ ਕੱਟਦਾ ਹੈ। ਫਿਰ ਉਹ ਕਿ ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਇੱਥੇ ਕੋਈ ਗਰੀਬ ਹੋਵੇ ਨਾ, ਕਹਿੰਦੇ ਇਹ ਤੇ ਕਰਮਾਂ ਦਾ ਮਾਰਾ ਹੈ। ਜਿਹੜਾ ਕੋਈ ਲੱਗਿਆ ਵੱਡੀ ਗੱਡੀ 'ਚ ਪਿਆ ਉਹਦਾ ਆਹ ਕਿਆ ਬਾਤ ਹੈ, ਇਹਦੇ ਤੇ ਵੇਖੋ ਕਰਮ ਕਿੱਡੇ, ਕਿੱਡਾ ਵਡਭਾਗੀ ਹੈ। ਪਰ ਸਤਿਗੁਰ ਨਹੀਂ ਇਹਨੂੰ ਮੰਨਦੇ, ਕਹਿੰਦੇ ਕੋਈ ਇਸ ਚੀਜ਼ ਨਾਲ ਵਡਭਾਗੀ ਨਹੀਂ ਹੈਗਾ। ਵਡਭਾਗੀ ਉਹੀ ਆ ਕਿ ਜਿਹੜਾ ਸਤਿਗੁਰਾਂ ਦੇ ਵਚਨ ਦੇ ਉੱਤੇ ਚੱਲ ਪਿਆ, ਜਿਹਦੇ ਉਹ ਨਾਮ ਧਨ ਜਿਹਨੂੰ ਮਿਲ ਗਿਆ ਹੈ, ਜਿਹਦੇ ਅੰਦਰ ਉਹ ਨਾਮ ਜਾਗ ਪਿਆ ਹੈ, ਉਹੀ ਵਡਭਾਗੀ ਹੈ। ਅੱਗੇ ਫਰਮਾਇਆ ਕਿ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੇ, ਨਾਨਕ ਸਤਿਗੁਰ ਸਿੱਖ ਕੋ ਜੀਏ ਨਾਲ ਸਮਾਰੇ। ਸਤਿਗੁਰ ਸਿੱਖ ਦਾ ਇਕੱਲਾ ਇਹ ਨਹੀਂ ਕਿ ਇਕੱਲਾ ਇੱਥੇ ਹੀ ਸਿਰਫ ਕਿ ਅੱਜ ਕੋਈ ਸੰਸਾਰੀ ਦੌਲਤ ਦੇ ਦਿੱਤੀ, ਜਾਂ ਕੁਝ ਘਰ-ਬਾਰ ਮਿਲ ਗਿਆ, ਜਾਂ ਕੋਈ ਬਿਮਾਰੀ ਆ ਉਹ ਠੀਕ ਹੋ ਗਈ ਤੇ ਲਓ ਜੀ ਕੰਮ ਹੋ ਗਿਆ। ਇਹ ਤਾਂ ਜੀਵਨ ਹਰ ਇੱਕ ਦਾ ਇੱਥੇ ਕੱਟਿਆ ਹੀ ਜਾਣਾ ਹੈ। ਕਿਸੇ ਦਾ ਰੋ ਕੇ, ਕਿਸੇ ਦਾ ਹੱਸ ਕੇ ਨਿਕਲ ਹੀ ਜਾਂਦਾ ਹੈ, ਪਰ ਹਲਤ ਪਲਤ ਕਿਹਾ ਉਹਨਾਂ ਨੇ। ਲੋਕ ਪਰਲੋਕ ਕਹਿੰਦੇ ਉਹ ਸਵਾਰਦੇ ਨੇ, ਉਹਨੂੰ ਸਤਿਗੁਰ ਕਹਿੰਦੇ ਨੇ। ਅੱਗੇ ਹੋਇਆ ਕਿ ਨਾਨਕ ਸਤਿਗੁਰ ਸਿੱਖ ਕੋ ਜੀਅ ਨਾਲ ਸਮਾਰੇ, ਕਿ ਉਹ ਜਿੰਦ ਜਾਨ ਨਾਲ ਇਹਨੂੰ ਆਪਣੇ ਸਿੱਖ ਨੂੰ ਪਿਆਰ ਕਰਦੇ ਨੇ। ਸਾਡੇ ਵਾਂਗੂ ਨਹੀਂ ਕਿ ਜਦੋਂ ਸਾਨੂੰ ਕੋਈ ਮਤਲਬ ਹੋਵੇ ਤੇ ਉਦੋਂ ਹੀ ਸਾਨੂੰ ਯਾਦ ਆਵੇ ਗੁਰੂ ਦੀ, ਜਾਂ ਸਾਨੂੰ ਕੋਈ ਕੰਮ ਪਵੇ ਤੇ ਉਦੋਂ ਗੁਰੂ ਦੀ ਯਾਦ ਆਵੇ, ਨਹੀਂ। ਉਹ ਤੇ ਵੀ ਸਾਡੇ ਸਾਹ ਨਾਲ ਸਾਹ ਲੈਂਦੇ, ਹਰ ਥਾਂ ਕਰਦੇ ਆ। ਪਰ ਸਾਡਾ ਪਿਆਰ ਜਦੋਂ ਤੱਕ ਉਹਨਾਂ ਦੇ ਨਾਲ ਉਸੇ ਤਰ੍ਹਾਂ ਦਾ ਨਹੀਂ ਚੱਲਦਾ, ਉਦੋਂ ਤੱਕ ਸਾਨੂੰ ਉਹਨਾਂ ਦੇ ਦਰਸ਼ਨ ਨਹੀਂ ਹੁੰਦੇ, ਉਦੋਂ ਤੱਕ ਸਾਨੂੰ ਉਹ ਦਿਖਾਈ ਨਹੀਂ ਦਿੰਦੇ, ਉਦੋਂ ਤੱਕ ਸਾਡਾ ਮਨ ਫਿਰ ਡਾਵਾਂ ਡੋਲ ਰਹਿੰਦਾ। ਜੇ ਸਾਨੂੰ ਸਤਿਗੁਰਾਂ ਦਾ ਉਸ ਸੰਗ ਦਾ ਪਤਾ ਲੱਗ ਜੇ, ਨਾਲ ਦਿਖਾਈ ਦੇਣਾ ਸ਼ੁਰੂ ਹੋ ਜੇ, ਤੇ ਫਿਰ ਕਿਸ ਤਰ੍ਹਾਂ ਹੋ ਸਕਦਾ ਕਿ ਡਾਵਾਂ ਡੋਲੀ ਰਹੇ। ਅੱਗੇ ਫਰਮਾਇਆ ਕਿ ਗੁਰੂ ਕੇ ਗ੍ਰਹਿ ਸੇਵਕ ਜੋ ਰਹੇ, ਗੁਰੂ ਕੀ ਆਗਿਆ ਮਨ ਮੇ ਸਹਿ। ਉਹ ਕਹਿੰਦੇ ਕਿ ਇੱਕ ਤੇ ਸੰਸਾਰ ਦੀ, ਇੱਕ ਜਦੋਂ ਅਸੀਂ ਜਿਸ ਤਰ੍ਹਾਂ ਪਹਿਲਾਂ ਕਿਹਾ ਕਿ ਸਕੂਲ ਦੇ ਨਾਲ ਭਾਵੇਂ ਕੰਧ ਦੇ ਨਾਲ ਕੰਧ ਸਾਂਝੀ ਕਿਸੇ ਘਰ ਦੀ ਹੋਵੇ, ਉਹਦੀ ਕੋਈ ਗੱਲ ਨਹੀਂ ਹੈਗੀ, ਪਰ ਜਿਹੜਾ ਸਕੂਲ ਦੇ ਵਿੱਚ ਆ ਗਿਆ, ਜਿਹਨੇ ਦਾਖਲਾ ਲੈ ਲਿਆ ਹੈ, ਜਿਹੜਾ ਕਹਿੰਦਾ ਕਿ ਮੈਂ ਆ ਗਿਆ, ਠੀਕ ਹੈ ਨਾ, ਆਇਆ ਕਾਹਦੇ ਵਾਸਤੇ, ਉਹਦੀ ਗੱਲ ਹੋ ਰਹੀ ਹੈ ਕਿ ਗੁਰੂ ਕੇ ਗ੍ਰਹਿ ਸੇਵਕ ਜੋ ਰਹੇ, ਗੁਰੂ ਕੀ ਆਗਿਆ ਮਨ ਮੇ ਸਹਿ। ਕਿ ਜਿਹੜੇ ਸੇਵਕ ਕੋਈ ਗੁਰੂ ਦੇ ਸ਼ਰਨ ਦੇ ਵਿੱਚ ਆ ਜਾਂਦੇ ਨੇ, ਉਹਨਾਂ ਦੇ ਘਰ ਵਿੱਚ ਆ ਜਾਂਦੇ ਨੇ ਕਿ ਠੀਕ ਹੈ ਜੀ ਅਸੀਂ ਸਤਿਗੁਰਾਂ ਦੀ ਤੁਹਾਡੀ ਸ਼ਰਨ ਦੇ ਵਿੱਚ ਹੈ, ਉਹਨਾਂ ਵਾਸਤੇ ਖਾਸ ਕਿਹਾ ਕਿ ਉਹ ਗੁਰੂ ਦੀ ਆਗਿਆ ਜਿਹੜੀ ਹੈ ਹਰ ਫਿਰ ਜਿਹੜੀ ਹੈ ਉਹਨੂੰ ਮੰਨੇ, ਫਿਰ ਕਿੰਤੂ ਪਰੰਤੂ ਛੱਡ ਦੇਵੇ, ਇੱਧਰ ਉੱਧਰ ਦੀਆਂ ਗੱਲਾਂ ਛੱਡ ਦੇਵੇ। ਮੈਂ ਕੱਲ ਵੀ ਇਹੋ ਗੱਲ ਕਹੀ ਸੀ ਕਿ ਅਸੀਂ ਜਦੋਂ ਗੁਰੂ ਮਹਾਰਾਜ ਦੇ ਦਰਬਾਰ ਦੇ ਵਿੱਚ ਵੀ ਉਹਨੇ ਘਰੋਂ ਸੋਚ ਕੇ ਚੱਲਦੇ ਅਸੀਂ ਜਾ ਰਹੇ ਹਾਂ, ਉਦੋਂ ਹੀ ਮਨ 'ਚ ਕਲੀਅਰ ਕਰੀਏ ਕਿ ਕਿੱਥੇ ਜਾ ਰਹੇ ਹਾਂ, ਕਾਹਦੇ ਵਾਸਤੇ ਜਾ ਰਹੇ ਹਾਂ। ਮੈਂ ਕੱਲ ਵੀ ਇਹੋ ਗੱਲ ਦੱਸੀ ਸੀ ਕਿ ਜਦੋਂ ਅਸੀਂ ਕਿਸੇ ਰਿਸ਼ਤੇਦਾਰ ਵੱਲ ਵੀ ਜਾਂਦੇ ਹਾਂ ਨਾ, ਕਿਸੇ ਕੋਈ ਸਰਕਾਰੀ ਕੋਈ ਐਸੇ ਦਫ਼ਤਰ ਦੇ ਵਿੱਚ ਵੀ ਜਾਂਦੇ ਹਾਂ, ਤੇ ਉੱਥੇ ਜਿਹੜੀ ਉਹਨਾਂ ਦੀ ਆਗਿਆ ਹੁੰਦੀ, ਉੱਥੇ ਲਿਖਿਆ ਹੁੰਦਾ ਹੈ ਕਿ ਬਈ ਮੋਬਾਈਲ ਸਵਿਚ ਆਫ ਕਰ ਦਿਓ, ਬਾਹਰ ਵੇਟ ਕਰੋ, ਜਾਂ ਬਾਹਰ ਕੋਈ ਖੜਾ ਉਹ ਕਹਿ ਦਿੰਦਾ ਕਿ ਇੰਨੇ ਵਜੇ ਜਿਹੜੇ ਜਿੱਥੇ ਵੀ ਅਫਸਰ ਮਿਲਣਗੇ ਜਾਂ ਜੋ ਹੈ, ਤਾਂ ਅਸੀਂ ਆਰਾਮ ਦੇ ਨਾਲ ਉੱਥੇ ਖੜੇ ਹੋ ਜਾਂਦੇ ਹਾਂ। ਆ ਕੋਰਟ ਦੇ ਵਿੱਚ ਪੇਸ਼ੀਆਂ ਹੁੰਦੀਆਂ ਨੇ, ਵਕੀਲ ਆਉਂਦੇ ਨੇ, ਤੇ ਸਵੇਰ ਤੋਂ ਲੋਕੀ ਜਾਂਦੇ ਨੇ ਉਹਦੇ ਵਿੱਚ, ਤੇ ਸ਼ਾਮ ਤੱਕ ਉੱਥੇ ਬਿਠਾ ਛੱਡਦੇ ਨੇ, ਸ਼ਾਮ ਨੂੰ ਕਹਿ ਦਿੰਦੇ ਅਗਲੀ ਤਰੀਕ ਪੈ ਗਈ, ਅਸੀਂ ਆਰਾਮ ਨਾਲ ਆ ਜਾਂਦੇ ਹਾਂ। ਉਹਨਾਂ ਦਾ ਸਾਨੂੰ ਡਰ ਹੈ, ਉਹਨਾਂ ਨਾਲ ਕੁਛ ਨਾ ਕੁਛ ਸਾਡਾ ਹੈਗਾ ਹੈ, ਪਰ ਗੁਰੂ ਦੇ ਨਾਲ ਸਾਡਾ ਕੋਈ ਉਹ ਚੀਜ਼ ਨਹੀਂ ਬਣਦੀ। ਗੁਰੂ ਦੀ ਆਗਿਆ ਜਿਹੜੀ ਹੈ, ਮੈਂ ਕੱਲ ਵੀ ਉਹ ਬੇਨਤੀ ਕੀਤੀ ਸੀ ਕਿ ਜਦੋਂ ਸਤਿਗੁਰਾਂ ਦੇ ਦਰਬਾਰ ਵੱਲ ਚੱਲਦੇ ਹਾਂ, ਦਿਮਾਗ ਦੇ ਵਿੱਚ ਪਹਿਲਾਂ ਇੱਕ ਵਾਰੀ ਝਾਤੀ ਮਾਰੀ, ਕਿੱਥੇ ਜਾ ਕਿੱਥੇ ਰਹੇ ਹਾਂ। ਜੇ ਤੇ ਗੁਰੂ ਦੇ ਪਾਸ ਆ ਰਹੇ ਹਾਂ, ਤੇ ਫਿਰ ਮਨ ਦੇ ਵਿੱਚ ਪੱਕਾ ਕਰੀਏ ਕਿ ਜੋ ਆਗਿਆ ਹੋਏਗੀ ਉਹਨਾਂ ਦੀ, ਉਹ ਕਿਉਂਕਿ ਉਹਨਾਂ ਦੇ ਹੁਕਮ ਦੇ ਵਿੱਚ ਆ ਕੇ ਕੰਮ ਹੋਣਾ ਹੈ। ਜੇ ਉਹਨਾਂ ਦੇ ਹੁਕਮ ਦੇ ਵਿੱਚ ਅਸੀਂ ਨਹੀਂ ਆਏ, ਜੇ ਉਹਨਾਂ ਦੇ ਉਸ ਵਚਨ ਨੂੰ ਨਹੀਂ ਮੰਨਿਆ, ਤੇ ਫਿਰ ਫਾਇਦਾ ਕੀ ਹੋਏਗਾ। ਔਰ ਇਹੋ ਹੀ ਬੇਨਤੀ ਮੈਂ ਕਈ ਵਾਰੀ ਕਰਦਾ ਰਹਿੰਦਾ, ਅੱਗੋਂ ਪਿੱਛੋਂ ਵੀ ਕਰਦਾ ਰਹਿੰਦਾ ਹੈ ਕਿ ਮੈਂ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਜਦੋਂ ਤੋਂ ਗੁਰੂ ਮਹਾਰਾਜ ਹੋਸ਼ ਸੰਭਾਲੇ ਮੈਂ ਦੇਖਦਾ ਪਿਆ ਹੈ ਕਿ ਨਹੀਂ, ਅਨੁਸ਼ਾਸਨ ਨਹੀਂ ਬਣ ਰਿਹਾ, ਆਗਿਆ ਨਹੀਂ ਮੰਨੀ ਜਾ ਰਹੀ, ਹੁਕਮ ਨਹੀਂ ਮੰਨਿਆ ਜਾ ਰਿਹਾ ਸਾਡੇ ਕੋਲ। ਜਦੋਂ ਮਰਜ਼ੀ ਆਈਏ, ਜਿਸ ਤਰ੍ਹਾਂ ਮਰਜ਼ੀ ਆਈਏ, ਹਾਂ ਠੀਕ ਹੈ, ਸਾਰਿਆਂ ਦੀ ਗੱਲ, ਪਰ ਫਿਰ ਵੀ ਕੁਝ ਸੇਵਕ ਐਸੇ ਮਨਾਂ ਦੇ ਵਿੱਚ ਆਪਾਂ ਆਪਣੇ ਅੰਦਰ ਝਾਤੀ ਮਾਰ ਕੇ ਦੇਖੀਏ ਕਿ ਬਈ ਗੁਰੂ ਦਾ ਹੁਕਮ ਮੰਨਿਆ ਜਾ ਰਿਹਾ ਸਾਡੇ ਕੋਲ। ਆਉਂਦੇ ਮਨ ਜਿਹੜਾ ਆ ਉਹ ਮਤਲਬ ਐਵੇਂ ਹੋ ਜਾਂਦਾ ਹੈ ਕਿ ਜਿਸ ਤਰ੍ਹਾਂ ਜੀ ਮੈਂ ਤਾਂ ਕੋਈ ਹੱਕ ਆ ਮੇਰਾ ਇੱਥੇ, ਤੇ ਮੈਂ ਤਾਂ ਜੀ ਆਪਣੇ ਆਇਆ। ਹੱਕ ਵੀ ਹੱਕ ਵਾਲਾ ਫਿਰ ਉਹ ਰੱਖੇ, ਜੇ ਹੱਕ ਵਾਲੀ ਗੱਲ ਏ ਤੇ ਫਿਰ ਬਈ ਹੱਕ ਇਕੱਲਾ ਸਾਡਾ ਨਹੀਂ, ਸਤਿਗੁਰਾਂ ਦਾ ਵੀ ਹੱਕ ਹੈ, ਜਿਹੜੇ ਸਾਡੇ ਨਾਲ ਸਾਹ ਨਾਲ ਸਾਹ ਲੈ ਰਹੇ, ਹਰ ਕੰਮ ਕਰ ਰਹੇ।
ਕੱਲਾ ਇਹ ਥੋੜਾ ਕਿ ਜਿਸ ਤਰ੍ਹਾਂ ਕਿ ਕਈ ਵਾਰੀ ਅਸੀਂ ਆ ਕੇ ਜਿਸ ਤਰ੍ਹਾਂ ਕਿ ਕੋਈ ਸਾਲ ਬਾਅਦ ਤੇ ਆਪਣਾ ਹੱਕ ਮਤਲਬ ਉਹ ਕਹੀਏ ਕਿ ਨਹੀਂ ਜੀ ਇੱਥੇ ਏਦਾਂ, ਇੱਥੇ ਓਦਾਂ, ਇੱਥੇ ਇਸ ਤਰ੍ਹਾਂ ਨਹੀਂ। ਗੁਰੂ ਦੀ ਸੇਵਾ ਦੇ ਵਿੱਚ ਐ ਹਰ ਵੇਲੇ ਤਤਪਰ ਰਹੀਏ। ਕਈ ਵਾਰੀ ਅਸੀਂ ਸਾਖੀਆਂ ਸੁਣੀਆਂ ਨੇ ਕਿ ਕਿਸ ਤਰ੍ਹਾਂ ਜਿਨ੍ਹਾਂ ਨੇ ਕੁਛ ਪਾਇਆ, ਉਹਨਾਂ ਨੇ ਕਿਸ ਤਰ੍ਹਾਂ ਸੇਵਾ ਕੀਤੀ। ਜੇ ਅਸੀਂ ਆਪਣੇ ਘਰ ਦੇ ਵਿੱਚ ਤੇ ਸਾਡੀ ਮੈਂ ਕਈ ਵਾਰੀ ਇਹ ਗੱਲ ਦੱਸੀ ਏ ਕਿ ਆਪਣੇ ਘਰ ਦੇ ਵਿੱਚ, ਆਪਣੇ ਪਰਿਵਾਰ ਦੇ ਵਿੱਚ ਸਾਡੀ ਭਾਵੇਂ ਚੱਲੇ ਨਾ ਚੱਲੇ, ਸਾਡਾ ਕੋਈ ਭੈਣ ਭਰਾ, ਸਾਡਾ ਕੋਈ ਪਤੀ ਪਤਨੀ, ਕੋਈ ਸਾਡਾ ਕੋਈ ਵੀ ਰਿਸ਼ਤੇਦਾਰ ਸਾਡੀ ਮੰਨੇ ਨਾ ਮੰਨੇ, ਪਰ ਇੱਕ ਗੁਰਦਰਬਾਰ ਦੇ ਵਿੱਚ ਆ ਕੇ ਸਾਨੂੰ ਇਹੋ ਹੀ ਹੁੰਦਾ ਹੈ ਕਿ ਨਹੀਂ ਜੀ ਵੀ ਇੱਥੇ ਕੌਣ ਮੇਰੀ ਗੱਲ ਨੂੰ ਛੱਡੇ। ਜਿਹਨੂੰ ਬੰਦਾ ਜਿਸ ਤਰ੍ਹਾਂ ਆਪਣਾ ਉਹ ਰੋਹਬ ਵਿਖਾਉਣ ਦੀ ਕੋਸ਼ਿਸ਼ ਕਰਦਾ ਹੈ, ਨਹੀਂ ਇਹ ਨਹੀਂ ਹੋਣਾ ਚਾਹੀਦਾ। ਸਾਰੇ ਗੁਰੂ ਮਹਾਰਾਜ ਦੇ ਸੇਵਾਦਾਰ ਨੇ, ਅਸੀਂ ਵੀ ਸੇਵਾਦਾਰ ਹਾਂ, ਡਿਊਟੀਆਂ ਵਾਲੇ ਵੀ ਸੇਵਾਦਾਰ ਆ, ਤੇ ਸਤਿਗੁਰ ਆਪਣੇ ਆਪ ਨੂੰ ਬਣਾਉਣਾ ਕਿ ਬਈ ਮੈਂ ਵੀ ਇੱਕ ਸੇਵਾਦਾਰ ਹਾਂ। ਕਿਉਂਕਿ ਗੁਰੂ ਦਰਬਾਰ ਦੇ ਵਿੱਚ ਹੁੰਦੀ ਹੀ ਸੇਵਾਦਾਰੀ ਹੈ, ਉੱਥੇ ਲੰਬੜਦਾਰੀ ਹੁੰਦੀ ਨਹੀਂ ਕੋਈ। ਇਸ ਕਰਕੇ ਉਹਨੇ ਪਾਇਆ ਕਿ ਗੁਰੂ ਕੀ ਆਗਿਆ ਮਨ ਮੇ ਸਹੇ। ਅੱਗੇ ਫਰਮਾਇਆ ਆਪਸ ਕੋ ਕਰ ਕੁਛ न जनावे हर हर नाम हृदय सद गावे। कि आपस को कि आप जो भी है मान ना करे, कई बारी किसी भी चीज़ का मान ना करे कि मैं आ कीता, मैं वो कीता, मैं आ सेवा की, मैं वो सेवा की कितों सतगुਰਾਂ ने बल बख्शिया तो कुछ होया। जो ना दया करन किरपा करन तो बई ये तो अपने मूँह के उत्ते बैठी मक्खी भी नहीं उड़ा सकता। तो उन्होंने फरमाया कि आपस को कुछ कर कुछ ना जनावे हर हर नाम हृदय सद त्यावे। मन बेचे सतगुर के पास तिस सेवक के कारज रास। और मन बेचे, मन अपना सतगुਰਾਂ ਦੇ ਚਰਨਾਂ 'ਚ ਵੇਚ ਦੇਵੇ, ਉਹਨਾਂ ਨੂੰ ਭੇਟ ਕਰ ਦੇਵੇ ਤੇ ਫਿਰ ਇਹਦੇ ਕਾਰਜ ਜਿਹੜੇ ਰਾਸ ਆਉਣਗੇ। ਜੇ ਮਨ ਨੇ ਆਪਣੇ ਕੋਲ ਰੱਖਿਆ, ਜੇ ਮਨ ਚੱਲਦਾ ਪਿਆ ਅੰਦਰ, ਕਹਿੰਦਾ ਪਿਆ ਆ ਸਹੀ ਹੈ, ਆ ਗਲਤ ਹੈ, ਜੇ ਆ ਕੇ ਜਿਹਨੂੰ ਅਸੀਂ ਗੁਰੂ ਦਰਬਾਰ ਕਹਿੰਦੇ ਆ, ਜਿਹਨੂੰ ਅਸੀਂ ਕਹਿੰਦੇ ਆ ਕਿ ਅਸੀਂ ਉੱਥੇ ਮੱਥੇ ਟੇਕਣ ਆਏ ਆ, ਅਸੀਂ ਉੱਥੋਂ ਕੁਛ ਲੈਣ ਆਏ ਆ, ਤੇ ਜੇ ਉੱਥੋਂ ਉਸ ਤੋਂ ਵੀ ਵੱਧ ਆਪਣੇ ਆਪ ਨੂੰ ਸਿਆਣਾ ਸਮਝਦਾ ਹੈ, ਕਿ ਉਸ ਤੋਂ ਵੱਧ ਵੀ ਆਪਣੇ ਆਪ ਨੂੰ ਜਾਣਦਾ ਹੈ, ਤੇ ਫਿਰ ਅਜੇ ਗੱਲ ਨਹੀਂ ਬਣਨੀ ਇਹਦੀ। ਅੱਗੇ ਫਰਮਾਇਆ ਸੇਵਾ ਕਰਤ ਹੋਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਕਿ ਕੋਈ ਵੀ ਸੇਵਾ ਕਰਦਾ ਹੈ ਨਿਸ਼ਕਾਮ ਹੋ ਕੇ ਕਰੇ। ਜੇ ਮਨ 'ਚ ਕਾਮਨਾ ਰੱਖ ਕੇ ਕੋਈ ਵੀ ਕਰ ਰਿਹਾ ਹੈ ਕਿ ਮੈਂ ਜਿਸ ਤਰ੍ਹਾਂ ਇੰਨੇ ਦਿਨ ਸੇਵਾ ਕਰਾਂਗਾ ਤੇ ਮੈਨੂੰ ਆਹ ਮਿਲ ਜਾਵੇ, ਜਿਸ ਤਰ੍ਹਾਂ ਸੁਖਣਾ ਲੋਕੀ ਸੁੱਖ ਲੈਂਦੇ ਨੇ, ਆਮ ਪੰਜਾਬੀ ਦੇ ਕਹਿ ਦਿੰਦੇ ਨੇ ਕਿ ਬਈ ਮੈਂ ਆਹ ਚੜਾਵਾਂਗਾ ਜੇ ਮੇਰਾ ਆਹ ਕੰਮ ਹੋ ਜਾਵੇ, ਆਹ ਕੰਮ ਹੋ ਜਾਏ ਤੇ ਮੈਂ ਆਹ ਕਰ ਦੇਵਾਂਗਾ। ਤੇ ਬਈ ਇਹ ਫਿਰ ਸੇਵਾ ਥੋੜਾ ਹੋਈ, ਫਿਰ ਇਹ ਤੇ ਵਪਾਰ ਹੋ ਰਿਹਾ, ਪਿਆਰ ਨਹੀਂ ਹੋ ਰਿਹਾ। ਉਹ ਫਿਰ ਗੁਰੂ ਵਾਲੇ ਰਸਤੇ ਦਾ ਨਹੀਂ ਇਹਨੂੰ ਪਤਾ ਚੱਲੇਗਾ। ਇਸ ਕਰਕੇ ਫਰਮਾਇਆ ਕਿ ਸੇਵਾ ਕਰਤ ਹੋਤ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਜੇ ਅਸੀਂ ਉਸ ਸਵਾਮੀ ਨਾਲ ਮਿਲਣਾ ਚਾਹੁੰਦੇ ਹਾਂ, ਵਾਕਿਆ ਹੀ ਉਹ ਨਾਲ ਇਕਮਿਕ ਹੋਣਾ ਚਾਹੁੰਦੇ ਹਾਂ, ਤੇ ਫਿਰ ਨਿਸ਼ਕਾਮ ਸੇਵਾ। ਅੱਗੇ ਫਰਮਾਇਆ ਕਿ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰੂ ਕੀ ਮਤ ਲੈ। ਅੱਗੇ ਫਰਮਾਇਆ 20 ਵਿਸਵੇ ਗੁਰੂ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਵਰ ਕੀ ਗਤ ਜਾਣੇ। ਹੁਣ ਵਚਨ ਜੋ ਅੱਜ ਆਏ ਨੇ 20 ਵਿਸਵੇ ਗੁਰੂ ਕਾ ਮਨ ਮਾਨੇ, ਇਹ ਦੋਨੋਂ ਪਾਸੇ ਇੱਕੋ ਜਿਹੀ ਡੋਰ ਹੈ। ਸੰਸਾਰੀ ਤੌਰ ਤੇ ਕਿ ਕੋਈ ਰਿਸ਼ਤਾ ਹੋਵੇ, ਭੈਣ ਭਰਾ ਦਾ ਹੋਵੇ, ਪਤੀ ਪਤਨੀ ਦਾ ਹੋਵੇ, ਕੋਈ ਚਾਹੁੰਦਾ ਕਿ ਇੱਕ ਦੂਜੇ ਦੇ ਵਿਸ਼ਵਾਸ ਨਾ ਹੋਵੇ ਤੇ ਉਹ ਰਿਸ਼ਤਾ ਕਾਇਮ ਨਹੀਂ ਰਹਿੰਦਾ। ਕਿਸੇ ਦਾ ਵੀ ਕੋਈ ਰਿਸ਼ਤਾ ਹੋਵੇ, ਵੀ ਇੱਥੇ ਗੁਰੂ ਸਿੱਖ ਦਾ ਰਿਸ਼ਤਾ ਹੈ, ਕੋਈ ਸੰਸਾਰੀ ਕੋਈ ਬੰਧਨ ਤੇ ਕੋਈ ਹੈ ਨਹੀਂ ਸਾਡਾ। ਪਰ ਅਸੀਂ ਜਵਾਨੀ ਕਲਾਮੀ ਜ਼ਰੂਰ ਕਹਿੰਦੇ ਹਾਂ ਗੁਰੂ ਕੋ ਸਭ ਕੁਛ ਲਿਆ, ਗੁਰੂ ਕੋ ਸਭ ਕੁਛ ਲੈਣਾ ਹੈ, ਗੁਰੂ ਹੀ ਦੇਗਾ ਫੇਰ ਹੀ ਮਿਲੇਗਾ, ਸਭ ਕੁਛ ਕਰੇਗਾ। ਪਰ ਇਹਨੂੰ ਅੰਦਰ ਦੇਖੇ ਸੀ ਕਿ ਇਹਨੂੰ ਵਿਸ਼ਵਾਸ ਗੁਰੂ ਤੇ ਹੈ ਵੀ ਹੈ ਕਿ ਨਹੀਂ। क्योंकि जे वही गल जी स्वामी ने फरमाया कि गुरु को ऊपर ऊपर गाता, गुरु को दिल भीतर नहीं लाता। जे तो विश्वास ही नहीं, ये सोचता पाया है कि गुरु तो मैं ही मन्निया है, पता नहीं गुरु हैगा भी है कि नहीं हैगा, पता नहीं कितने मैं तो नहीं मन्नी जाता पाया कितने गुरु नूं। हमेशा मन रहा कि कोई है भी है, कोई ताकत, कोई मेरा काम बनेगा भी कि नहीं बनेगा। जे ये गैब आ तो मैं पहला भी एक बार दसिया सी गल नहीं बननी, कुछ नहीं बननी। पिछों बिजली का कनैक्शन मिलिया हो, खंबे के घर तक लगे हो, ट्रांसफार्मर के दरवाजे के अगे लगा हो, ये घर के दरवाजे तक मेन गेट तक वो जी बिजली की सप्लाई आ रही हो, लेकिन वो ग्रिप लगा होंगे छोटा जहा, वो फ्यूज उड्डा हो ना, फ्यूज उड़ जाए, बिजली सारे घर की बंद हो जाती है। वो जो फ्यूज उड्डा असीं देखिया होना कि कभी किन्ना क गैप होंदा तार दे विच, बिल्कुल सिर्फ सूई भर जिन्ना भी किते गैप नहीं होंदा, बिल्कुल उधरों भी घट गैप होंदा जो फ्यूज उड्डा, लाइट सारी बंद होंदी है। पिछों लाइट पूरी आ रही है, घर तक आ रही है, बिल्कुल लाइट पहुंची, अगे भी सब कुछ समान सही है,
लेकिन लाइटां नहीं जग रही। क्यों नहीं जग रहा क्यों कनैक्शन कितों घट है कितों। इसे तरह ही ਜਦੋਂ ਤੱਕ ਸਾਡਾ ਵਿਸ਼ਵਾਸ ਦੇ ਵਿੱਚ ਜਰਾ ਜਿੰਨੀ ਵੀ ਕਮੀ, ਜਦੋਂ ਮਨ ਡਾਵਾਂਡੋਲ ਹੈ, ਕਦੀ ਇਹ ਕਹਿੰਦਾ ਕਿ ਬੱਲੇ ਬੱਲੇ ਗੁਰੂ ਤੇ ਬਹੁਤ ਵੱਡਾ ਹੈ, ਗੁਰੂ ਨੇ ਸਭ ਕੁਝ ਕੀਤਾ ਹੈ, ਔਰ ਇੱਕ ਪਲ 'ਚ ਹੀ ਕਹਿੰਦਾ ਕਿ ਮਨ 'ਚ ਇਹ ਆਉਂਦਾ ਕਿ ਗੁਰੂ ਹੈ ਵੀ ਹੈ ਕਿ ਨਹੀਂ ਹੈਗਾ। ਪਤਾ ਨਹੀਂ, ਸ਼ਾਇਦ ਕੋਈ ਕੰਮ ਪਹਿਲਾਂ ਕਹੇਗਾ, ਜਦੋਂ ਕੋਈ ਕੰਮ ਨਹੀਂ ਹੋਇਆ ਹੁੰਦਾ ਉਦੋਂ ਲੰਮੇ ਪੈ ਪੈ ਡੰਡੌਤਾਂ ਕਰੇਗਾ, ਮਹਾਰਾਜ ਮੇਰਾ ਕੰਮ ਕਰ ਦਿਓ, ਮੇਰੇ ਤੇ ਦਇਆ ਕਰ ਦਿਓ, ਉਦੋਂ ਸੁਖਣਾ ਸੁਖੇਗਾ। ਜਦੋਂ ਕੰਮ ਹੋ ਜਾਂਦਾ ਹੈ ਤੇ ਉਦੋਂ ਮਨ 'ਚ ਉਸੇ ਵੇਲੇ ਅੱਛਾ ਇਹ ਹੋ ਹੀ ਜਾਣਾ ਸੀ, ਵੈਸੇ ਨਾ ਵੀ ਮੈਂ ਕੋਈ ਕਰਦਾ ਤੇ ਫਿਰ ਵੀ ਹੋ ਹੀ ਜਾਣਾ ਸੀ, ਨਾ ਵੀ ਕਿਤੇ ਜਾਂਦਾ ਇਹਨੂੰ ਟਾਈਮ ਤੇ ਲੱਗਣਾ ਹੀ ਆ, ਵੈਸੇ ਲੱਗਣਾ ਹੀ ਹੈ, ਹੋ ਹੀ ਜਾਣਾ ਸੀ। ਇਹ ਕੀ ਆ? ਅਕਿਰਤ ਘਣਤਾ। ਪਹਿਲਾਂ ਸਭ ਕੁਝ ਮੰਨ ਜਾਂਦਾ ਹੈ। ਜਿਸ ਤਰ੍ਹਾਂ ਇੱਕ ਕਹਾਣੀ ਸੁਣਾਈ ਸੀ ਕਿ ਉਹ ਜਿਹੜਾ ਉਹ ਲੰਘ ਰਿਹਾ ਸੀ ਨਦੀ ਦੇ ਵਿੱਚੋਂ ਦੀ, ਉਹ ਸਾਰਾ ਕੰਮ ਜਦੋਂ ਜਾਂਦਾ ਪਿਆ ਸੀ ਉਦੋਂ ਕਹਿੰਦਾ ਕਿ ਵੀ ਇਸ ਤਰ੍ਹਾਂ ਜਦੋਂ ਕੰਮ ਹੋ ਗਿਆ ਜਾਂ ਕਹਿੰਦਾ ਮਹਾਰਾਜ ਅੱਜ ਮੇਰਾ ਕੰਮ ਹੋ ਜਾਵੇ ਸਹੀ, ਕੰਮ ਹੋ ਜਾਵੇ ਸਹੀ। ਅੱਗੇ ਵੀ ਬੜੀ ਵਾਰੀ ਆਇਆ, ਫੇਰਾ ਮਾਰਿਆ ਵਾ, ਰੋਜ਼ ਨਦੀ ਲੰਘ ਕੇ ਜਾਣਾ ਪੈਂਦਾ, ਕੰਮ ਰਹਿ ਜਾਂਦਾ ਹੈ, ਤੇ ਅੱਜ ਕੰਮ ਹੋ ਜਾਵੇ ਸਹੀ ਮੇਰਾ। ਮਨ 'ਚ ਸੁਖਣਾ ਕਹਿੰਦਾ ਅੱਜ ਜੇ ਹੋ ਗਿਆ ਤੇ ਮੈਂ ਜੀ 10 ਕਿਲੋ ਜਿਹੜੇ ਲੱਡੂ ਚੜਾਵਾਂਗਾ। ਆ ਗਿਆ ਮਨ ਦੇ ਵਿੱਚ ਉਹ ਵਪਾਰ ਹੋ ਗਿਆ। ਜਦੋਂ ਗਿਆ ਅੱਗੇ 4-5 ਫੇਰੇ ਮਾਰੇ ਸੀ, ਕੰਮ ਨਹੀਂ ਸੀ, ਉਹ ਬੰਦਾ ਹੀ ਨਹੀਂ ਸੀ ਘਰ ਮਿਲਦਾ। ਅੱਜ ਘਰ ਮਿਲ ਪਿਆ, ਕੰਮ ਹੋ ਗਿਆ, ਉਹਦਾ ਜੋ ਵੀ ਸਮਾਨ ਸੀ ਉਹਨੂੰ ਮਿਲ ਗਿਆ। ਮਨ 'ਚ ਸੋਚਦਾ ਹੁੰਦਾ ਹੈ ਕਿ ਵੈਸੇ ਅੱਗੇ ਵੀ 4-5 ਵਾਰੀ ਆਇਆ, ਉਦੋਂ ਤੇ ਕੁਛ ਨਹੀਂ ਸੀ ਕਿਹਾ, ਉਦੋਂ ਤੇ ਵੱਖਰੀ ਗੱਲ, ਬੰਦਾ ਹੀ ਨਹੀਂ ਸੀ ਮਿਲਿਆ ਕਦੀ ਘਰ, ਤੇ ਕੰਮ ਕੀ ਹੋਣਾ ਸੀ ਮੇਰਾ। ਇਹ ਅੱਜ ਹੁਣ ਕੰਮ ਵੀ ਹੋ ਗਿਆ, ਜਿਹੜਾ ਮੇਰਾ ਚੀਜ਼ ਸੀ, ਪੈਸੇ ਮਿਲ ਗਏ, ਜੋ ਵੀ ਹੋ ਗਿਆ ਕੰਮ। ਹੁਣ ਸੋਚਦਾ ਹੈ ਕਿ ਐਵੇਂ ਫੇਰੇ ਤੇ ਮੈਂ ਅੱਗੇ ਵੀ ਇੰਨੇ ਮਾਰੇ, ਜਾਂ ਤੇ ਪਹਿਲੇ ਫੇਰੇ 'ਚ ਕੋਈ ਸੁਖਣਾ ਸੁੱਖ ਲੈਂਦਾ, ਕੰਮ ਹੋ ਜਾਂਦਾ। ਹੁਣ 4-5 ਫੇਰੇ ਤੇ ਮੇਰੇ ਪਹਿਲਾਂ ਹੀ ਵੱਜ ਗਏ ਨੇ। ਹੁਣ ਮਨ 'ਚ ਸੋਚਦਾ ਪਿਆ ਕਿ ਜਿਹੜੇ 10 ਕਿਲੋ ਲੱਡੂ ਸੁੱਖ ਲਏ ਨੇ ਨਾ, ਇਹ ਵੀ ਤੇ ਘਾਟਾ ਹੀ ਪਿਆ ਮੇਰੇ ਕੰਮ 'ਚ, ਇਹ ਵੀ ਨਹੀਂ ਚਾਹੀਦੇ। ਮਨ 'ਚ ਸੋਚੀ ਜਾਂਦਾ, ਕਈ ਸੋਚਾਂ ਸੋਚਦਾ ਹੈ, ਔਰ ਨਦੀ ਆਉਂਦਾ ਕਹਿੰਦਾ ਲੈ ਕਿਹੜਾ ਪਤਾ। ਮਨ 'ਚ ਆਪਣੇ ਸੋਚਦਾ, ਕਹਿੰਦਾ ਉਹ ਕਿਤੇ ਨਦੀ ਦੇ ਵਿੱਚ ਬੜੇ ਆਰਾਮ ਨਾਲ ਜਾ ਰਿਹਾ ਹੁੰਦਾ ਹੈ, ਤੇ ਉਹ ਵੀ ਆਉਂਦਾ ਮਨ ਦੇ ਵਿੱਚ ਤੇ ਕਹਿੰਦਾ ਕਿਹੜੇ ਲੱਡੂ, ਕਿਹੜੇ ਲੱਡੂ ਏਦਾਂ। ਉਹ ਕਿਤੇ ਉਦੋਂ ਵੈਸੇ ਕਿਤੇ ਤੂਫਾਨ ਆ ਜਾਂਦਾ ਹੈ, ਨਦੀ ਉਹ ਬੇੜੀ ਡੋਲਣ ਲੱਗ ਪੈਂਦੀ ਹੈ, ਫਿਰ ਡਰ ਜਾਂਦਾ ਉਸੇ ਵੇਲੇ। ਕਹਿੰਦਾ ਮਹਾਰਾਜ ਮੈਂ ਤਾਂ ਵੈਸੇ ਹੀ ਪੁੱਛਦਾ ਪਿਆ ਕਿ ਕਿਹੜੇ ਲੱਡੂ, ਮੋਤੀ ਚੂਰ ਦੇ ਕੇ ਦੂਜੇ ਲੱਡੂ। ਮੈਂ ਕੋਈ ਉਦਾਂ ਥੋੜਾ ਕੋਈ ਕਿਹਾ। ਮਤਲਬ ਚਲਾਕੀਆਂ ਚਤਰਾਈਆਂ ਜਿਹੜੀਆਂ ਇਹਦੇ ਮਨ ਦੀਆਂ ਨਾ, ਇਹ ਨਹੀਂ ਇਹਨੂੰ ਛੱਡਦੀਆਂ, ਇਹ ਗੁਰੂ ਦੇ ਪਾਸ ਨਹੀਂ ਇਹਨੂੰ ਆਉਣ ਦਿੰਦੀਆਂ। ਇਸ ਕਰਕੇ ਉਹਨੂੰ ਕਿ 20 ਵਿਸਵੇ ਗੁਰੂ ਕਾ ਮਨ ਮਾਨੇ। ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਕਿ ਸਾਨੂੰ ਤੇ ਬੜਾ ਵਿਸ਼ਵਾਸ ਹੈ, ਸਾਨੂੰ ਤੇ ਬੜਾ ਭਰੋਸਾ ਹੈ, ਅਸੀਂ ਤੇ ਬਈ ਇਸ ਤਰ੍ਹਾਂ, ਪਰ ਨਹੀਂ, ਕਿਸੇ ਕੋ ਪੁੱਛਣ ਦੀ ਲੋੜ ਨਹੀਂ ਹੈ। ਮੈਨੂੰ ਮੈਂ ਕਈ ਵਾਰੀ ਦੱਸਿਆ ਕਿ ਗੁਰਮਤਿ ਦੇ ਬੱਚੇ ਅਸੀਂ ਬਹੁਤ ਸਤਿਗੁਰਾਂ ਦੀ ਨੇੜਤਾ ਸਤਸੰਗ ਸੁਣੇ ਨੇ, ਸਭ ਕੁਛ ਆ, ਆਪਣੇ ਆਪ ਨੂੰ ਪਤਾ ਹੈ, ਜਾਣ ਕੇ ਆਪਣੇ ਉੱਤੇ ਪੜਦੇ ਹੋ ਜੋ ਨਾ ਪਾਈਏ, ਉਸ ਉੱਤੇ ਆਪਣੇ ਅੰਦਰ ਝਾਤੀ ਮਾਰੀ। ਗੁਰਮਤਿ ਨੇ ਫਰਮਾਉਣਾ ਆਪਣੇ ਮਨ ਦਾ ਮੀਟਰ ਆਪ ਵੇਖਦੇ ਰਹੀਏ, ਕਹਿਣ ਦੀ ਲੋੜ ਹੀ ਨਹੀਂ ਕੁਛ ਵੀ। ਗੁਰੂ ਹਰ ਵੇਲੇ ਦੇ ਅੰਗ ਸੰਗ ਹੈ, ਔਰ ਜੋ ਗੁਰੂ ਮਰਿਆਦਾ ਹੈ ਉਹਦੇ ਵਿੱਚ ਰਵੇ ਪੂਰਾ। ਮਰਿਆਦਾ ਵੀ ਪਤਾ ਹੈ ਇਹਨੂੰ, ਸਤਿਗੁਰਾਂ ਨੇ ਬਹੁਤ ਹੀ ਮਤਲਬ ਖੁੱਲੇ ਬਚਨਾਂ ਦੇ ਨਾਲ ਸਾਨੂੰ ਸਮਝਾਇਆ ਕਿ ਬਈ ਗੁਰ ਮਰਿਆਦਾ ਦੇ ਵਿੱਚ ਰਹਿਣਾ ਕੀ ਹੈ। ਇਹ ਗੁਰੂ ਵੀ ਕਰੀ ਜਾਂਦਾ ਹੈ, ਇਹ ਹੋਣੇ ਮੇਣੇ ਵੀ ਕਰੀ ਜਾਂਦਾ ਹੈ, ਲੜਾਈਆਂ ਵੀ ਲੜੀ ਜਾਂਦਾ ਹੈ, ਇਹ ਪੜਦੇ ਵੀ ਰੱਖੀ ਜਾਂਦਾ ਹੈ, ਸਾਰੇ ਕੰਮ ਕਰੀ ਜਾਂਦਾ ਹੈ। ਤੇ ਫਿਰ ਉੱਤੋਂ ਤੋਂ ਜਦੋਂ ਕੋਈ ਜਿਹੜੀ ਇਹਦੇ ਆਪਣੇ ਮਨ ਦੇ ਅੰਦਰ ਗੱਲ ਹੋਵੇ, ਉਹ ਇਹਨੇ ਕਹਿਣਾ ਹੈ ਕਿ ਨਹੀਂ ਨਹੀਂ, ਜਿਹੜੀ ਹੁੰਦੀ ਆਪਣੇ ਮਤਲਬ ਦੀ ਉਹ ਮੈਂ ਦੱਸਣੀ ਹੈ, ਮੈਂ ਗੁਰੂਆਂ ਨਾਲ ਗੱਲ ਕਰਨੀ ਹੈ, ਤੇ ਮੈਂ ਗੁਰੂ ਨਾਲ ਗੱਲ ਕਰਨੀ ਹੈ। ਜੇ ਕੋਈ ਹੋਰ ਕੋਈ ਗੱਲ ਹੋਵੇ ਜਿਹੜੀ ਪਤਾ ਲੁਕਾਉਣੀ ਹੈ, ਉਹ ਗੁਰੂ ਜਾਣਦੇ ਹੀ ਆ ਸਭ ਕੁਛ। ਜਿਹੜਾ ਕੋਈ ਆਪਣਾ ਕੋਈ ਕਰਮ ਹੋ ਜਾ ਕੀਤਾ, ਉਹ ਤਾਂ ਜਾਣਦੇ ਹੀ ਆ। ਨਹੀਂ ਬਈ, ਉਹ ਕਹਿੰਦੇ ਚਤਰਾਈਆਂ ਕਿਹਨੇ ਨਾ ਪਾਇਆ, ਇਹ ਚਤਰਾਈਆਂ ਨਾਲ ਨਹੀਂ ਗੱਲ ਬਣਨੀ ਹੈ। ਇਹਨੂੰ ਪਤਾ ਹੈ, ਸਭ ਕੁਝ ਪਤਾ ਹੈ, ਇਹ ਬਸ ਛੱਡ ਦੇਵੇ, ਤੁਰੇਗਾ ਤੇ ਵੀ ਇਹਨੂੰ ਮਿਲੇਗਾ। ਜਦੋਂ ਤੱਕ ਅਸੀਂ ਉਸ ਸਤਿਗੁਰਾਂ ਦੇ ਬਚਨ 'ਚ ਨਹੀਂ ਆਉਂਦੇ, ਉਦੋਂ ਤੱਕ ਗੱਲ ਨਹੀਂ ਬਣੇ। ਇਸ ਕਰਕੇ ਮੈਂ 20 ਵਿਸਵੇ ਗੁਰੂ ਕਾ ਮਨ ਮਾਨੇ, ਸੋ ਸੇਵਕ ਪਰਮੇਸ਼ਵਰ ਕੀ ਗਤ ਜਾਣੇ। ਜਿਹਨੂੰ ਪੂਰਾ ਸਤਿਗੁਰਾਂ ਦੇ ਉੱਤੇ ਵਿੱਚ ਆਪਣੇ ਗੁਰੂ ਦੇ ਉੱਤੇ ਵਿਸ਼ਵਾਸ ਆ ਗਿਆ ਹੈ, ਉਸ ਨੂੰ ਉਹ ਪਰਮੇਸ਼ਵਰ ਦਾ ਪਤਾ ਚੱਲੇਗਾ, ਉਸ ਨੂੰ ਉਹ ਪਰਮੇਸ਼ਵਰ ਮਿਲੇਗਾ, ਨਹੀਂ ਤੇ ਨਹੀਂ। ਹਾਂਜੀ ਅੱਗੇ। ਸੋ ਸਤਿਗੁਰ ਜਿਸ ਹਿਰਦੈ ਹਰਿ ਨਾਉ, ਅਨਕ ਬਾਰ ਗੁਰ ਕੋ ਬਲ ਜਾਓ।
जी का दाता, आठ पहर पार ब्रह्म रंग राता। ਹੁਣ ਸਤਿਗੁਰ ਤੇ ਹਮੇਸ਼ਾ ਹੀ ਉਸ ਪਰਮੇਸ਼ਵਰ ਦੇ ਵਿੱਚ ਇੱਕਮਿਕ ਰਹਿੰਦੇ ਨੇ, ਉਸ ਪਾਰ ਬ੍ਰਹਮ ਕਹਿ ਦਈਏ, ਉਸ ਅੱਲਾ ਗੋਡ ਵਾਹਿਗੁਰੂ ਦੇ ਨਾਲ ਹਮੇਸ਼ਾ ਹੀ ਇੱਕਮਿਕ ਨੇ। ਉਹਨਾਂ ਨੇ ਫਰਮਾਇਆ ਕਿ ਸਰਬ ਨਿਦਾਨ ਜੀਏ ਕਾ ਦਾਤਾ, ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ। ਉਹ ਤੇ ਹਰ ਵੇਲੇ ਹੀ ਉਸ ਪਾਰ ਬ੍ਰਹਮ ਦੇ ਰੰਗ 'ਚ ਰੰਗੇ ਰਹਿੰਦੇ ਨੇ, ਔਰ ਜਦੋਂ ਤੱਕ ਅਸੀਂ ਉਹਨਾਂ ਨਾਲ ਨਹੀਂ ਮਿਲਦੇ, ਜਿਸ ਤਰ੍ਹਾਂ ਪਿੱਛੇ ਆਇਆ ਕਿ 20 ਵਿਸਵੇ ਗੁਰੂ ਕਾ ਮਨ ਮਾਨ, ਜਦੋਂ ਤੱਕ ਸਾਡਾ ਪੂਰਾ ਵਿਸ਼ਵਾਸ ਨਹੀਂ ਬਣਦਾ, ਉਦੋਂ ਤੱਕ ਸਾਡੇ ਕੰਮਾਂ ਦਾ ਜਿਹੜਾ ਜੋ ਵੀ ਨਿਦਾਨ ਨਹੀਂ ਹੁੰਦਾ, ਸਾਰੀਆਂ ਸਾਡੀਆਂ ਬਿਮਾਰੀਆਂ ਦੂਰ ਨਹੀਂ ਹੁੰਦੀਆਂ। ਇਹ 'ਚ ਉਹਨੇ ਫਰਮਾ ਦਿੱਤਾ ਕਿ ਸਰਬ ਨਿਦਾਨ ਜੀਆਂ ਕਾ ਦਾਤਾ, ਹਰ ਚੀਜ਼ ਦਾ ਹੱਲ ਜਿਹੜਾ ਆ ਉਸ ਦਾਤੇ ਦੇ ਪਾਸ ਹੈ। ਕੋਈ ਐਸੀ ਦੁਨੀਆ ਦੀ ਕੋਈ ਚੀਜ਼ ਨਹੀਂ ਆ ਜਿਹੜੀ ਉਹਦੇ ਖਜ਼ਾਨੇ 'ਚ ਨਹੀਂ ਹੈ। ਕਿਉਂ? ਕਿਉਂਕਿ ਉਹਦੀ ਉਸ ਪਾਰ ਬ੍ਰਹਮ, ਉਸ ਨਾਲ ਇੱਕੋ ਰੰਗ, ਉਹਦੇ ਨਾਲ ਤਾਰ ਜੁੜੀ ਪਈ ਹੈ। ਪਿੱਛੋਂ ਤਾਰ ਜੁੜੀ ਹੋਈ ਉਸ ਆਪਣਾ ਪਾਵਰ ਸਟੇਸ਼ਨ ਦੇ ਨਾਲ, ਅੱਗੇ ਜਿੰਨੇ ਮਰਜ਼ੀ ਕਨੈਕਸ਼ਨ ਦੇਈ ਜਾਓ, ਉਹ ਕੋਈ ਘਟਦੀ ਨਹੀਂ ਫਿਰ, ਕਿਉਂਕਿ ਪਿੱਛੇ ਤਾਰ ਜੁੜੀ ਹੈ। ਇਸੇ ਤਰ੍ਹਾਂ ਹੀ ਉਹਨੇ ਕਿਹਾ ਕਿ ਸਤਿਗੁਰ ਦੀ ਉਹ ਤੇ ਬਈ ਉਸ ਪ੍ਰਾਪ ਦੇ ਰੰਗ ਹਰ ਵੇਲੇ ਉਸ ਰੰਗ 'ਚ ਰੱਤੇ ਰਹਿੰਦੇ ਨੇ, ਉਹਨਾਂ ਕੋਲ ਕਿਸੇ ਚੀਜ਼ ਦਾ ਘਾਟ ਨਹੀਂ ਹੈ, ਉਹਨਾਂ ਕੋਲ ਹਰ ਚੀਜ਼ ਦਾ ਨਿਦਾਨ ਹੈ, ਹਰ ਸਾਡੀ ਬਿਮਾਰੀ ਦਾ ਉਹਨਾਂ ਕੋਲ ਇਲਾਜ ਹੈ। ਪਰ ਜਦੋਂ ਤੱਕ ਸਾਡਾ ਉਹ ਵਿਸ਼ਵਾਸ ਨਹੀਂ ਬਣਦਾ, ਅਸੀਂ ਉਹਦੇ ਨਾਲ ਸਾਡਾ ਕਨੈਕਸ਼ਨ ਨਹੀਂ ਜੁੜਦਾ, ਉਦੋਂ ਤੱਕ ਉਹ ਚੀਜ਼ ਨਹੀਂ ਮਿਲਦੀ ਸਾਨੂੰ। ਹਾਂਜੀ ਅੱਗੇ। ब्रह्म में जन, जन में पार ब्रह्म, एक आप नहीं कुछ परम। ਹੁਣ ਜਿੰਨਾ ਸਤਿਗੁਰਾਂ ਦੇ ਅਸੀਂ ਬਾਣੀ ਪੜ੍ਹਦੇ ਹਾਂ, ਸੁਣਦੇ ਹਾਂ, ਉਹਨਾਂ ਬਾਰੇ ਵਿਚਾਰ ਕਰੀਏ, ਕਿਉਂਕਿ ਮੱਥੇ ਤਾਂ ਟੇਕੀ ਜਾਂਦੇ ਹਾਂ। ਮੈਂ ਕਈ ਵਾਰੀ ਦੱਸਿਆ ਹੈ ਕਿ ਬਈ ਮੱਥੇ ਟੇਕਣ ਨਾਲ ਨਹੀਂ, ਜਾਂ ਕੋਈ ਬਾਹਰੋਂ ਕੋਈ ਕਿਸੇ ਤਰ੍ਹਾਂ ਦੇ ਨਹੀਂ, ਉਹਨਾਂ ਦੇ ਉੱਤੇ ਭਰੋਸਾ ਕਰਨਾ ਇਸ ਤਰ੍ਹਾਂ ਨਹੀਂ ਕਿ ਕੋਈ ਫੋਟੋ ਦੇਖ ਕੇ, ਕੋਈ ਸਰੂਪ ਦੇਖ ਕੇ ਅਸੀਂ ਤੇ ਇਹਨੂੰ ਮੰਨਦੇ ਹਾਂ। ਉਹਨੂੰ ਫੋਟੋ ਨੂੰ ਮੰਨਣਾ ਤਾਂ ਬੜਾ ਸੌਖਾ ਹੈ। ਤੁਸੀਂ ਫੋਟੋ ਨੂੰ ਕੀ ਮੰਨਣਾ ਆ? ਪੂਰੀ ਵੱਡੀ ਕੰਧ ਆ, ਉੱਤੇ ਫੋਟੋ ਹੋਊਗਾ, ਮੈਂ ਇਹਨੂੰ ਮੰਨਦਾ ਵਾਂ, ਕੰਧ ਨੂੰ ਹੀ ਮੰਨਦਾ ਵਾਂ, ਤੇ ਉੱਥੇ ਕੋਈ ਕੀ ਕਹੇਗਾ ਨਹੀਂ ਮੰਨਦਾ, ਮੰਨੀ ਜਾਓ, ਉਹਦਾ ਨਹੀਂ ਫਾਇਦਾ। ਜੋ ਗੁਰੂ ਕਹਿੰਦਾ ਹੈ, ਜੇ ਅਸੀਂ ਉਹ ਨਹੀਂ ਮੰਨਦੇ ਤੇ ਅਸੀਂ ਗੁਰੂ ਨੂੰ ਨਹੀਂ ਮੰਨਦੇ। ਜੋ ਗੁਰੂ ਕਹਿੰਦਾ ਪਿਆ ਉਹ ਅਸੀਂ ਮੰਨਦੇ ਨਹੀਂ, ਉੱਦਾਂ ਅਸੀਂ ਕਹਿੰਦੇ ਅਸੀਂ ਗੁਰੂ ਨੂੰ ਮੰਨਦੇ, ਅਸੀਂ ਇਹਨੂੰ ਮੰਨਦੇ, ਉਹਦਾ ਕੋਈ ਫਾਇਦਾ ਨਹੀਂ। ਇਹ ਕਿਸੇ ਨੂੰ ਨਹੀਂ, ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ। ਤੇ ਇਸ ਤਰ੍ਹਾਂ ਫਰਮਾਇਆ ਹੈ ਕਿ ਬ੍ਰਹਮ ਮੈਂ ਜਨ, ਜਨ ਮੈਂ ਪਾਰ ਬ੍ਰਹਮ, ਏਕੋ ਆਪ ਨਹੀਂ ਕੁਛ ਪਰਮ। ਸਾਫ਼ ਕਲੀਅਰ ਕਰ ਦਿੱਤਾ ਕਿ ਬਈ ਉਹ ਤਾਂ ਇੱਕ ਮਿਕ ਹੀ ਉਹਦੇ ਨਾਲ, ਆਪ ਹੀ ਬ੍ਰਹਮ ਹੈ, ਆਪ ਹੀ ਪਾਰ ਬ੍ਰਹਮ ਨੇ, ਕੋਈ ਹੋਰ ਕੋਈ ਕੁਛ ਨਹੀਂ ਹੈ, ਕੋਈ ਵੱਖਰੇ ਨਹੀਂ ਹੈ, ਪਰ ਇਹ ਇੱਕ ਭੇਤ ਹੈ। ਜਦੋਂ ਤੱਕ ਅਸੀਂ ਸਤਿਗੁਰਾਂ ਦੇ ਉਸ ਬਚਨ ਤੇ ਆ ਕੇ ਉਸ ਰਸਤੇ ਚੱਲਦੇ ਨਹੀਂ ਹੈ, ਇਹ ਭਰਮ ਜਿਹੜਾ ਭਰਮ ਬਣਿਆ ਰਹਿੰਦਾ ਹੈ। ਹੁਣ ਜਿਨ੍ਹਾਂ ਨੇ ਦਰਸ਼ਨ ਕਰ ਲਏ ਨੇ, ਉਹਨਾਂ ਦੇ ਜਿਹੜੇ ਉਹਨਾਂ ਨਾਲ ਇੱਕਮਿਕ ਹੋ ਗਏ ਨੇ, ਉਹ ਆਪਣੇ ਬਾਣੀ ਰਾਹੀਂ ਸਾਨੂੰ ਉਹ ਸੰਦੇਸ਼ ਦੇ ਰਹੇ ਨੇ। ਉਹ ਦੱਸ ਰਹੇ ਨੇ ਕਿ ਬਈ ਉਹਦੇ ਵਿੱਚ ਕੋਈ ਵੀ ਵੱਖਰੇ ਨਹੀਂ ਹੈਗੇ, ਕੋਈ ਫਰਕ ਨਹੀਂ ਹੈਗਾ। ਬ੍ਰਹਮ ਪਾਰ ਬ੍ਰਹਮ ਸਭ ਕੁਝ ਉਹਨਾਂ ਦੇ ਵਿੱਚ ਹੀ ਸਮਾਇਆ ਪੈਂਦਾ ਹੈ। ਇੱਕ ਹੀ ਆਪ ਕੁਛ ਨਾ ਹੀ ਕੁਛ ਭਰਮ, ਕਹਿੰਦੇ ਇੱਕ ਹੀ ਆ ਉਹ ਕੁਛ, ਇਸ ਚੀਜ਼ ਦਾ ਭਰਮ ਨਾ ਮਨ 'ਚ ਰੱਖੀਏ। ਕਿਉਂ ਕਈ ਵਾਰੀ ਅਸੀਂ ਵਚਨ ਸੁਣਨ ਕਿ ਗੁਰੂ 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 ਕਰ ਮਨ ਮੋਰ, ਗੁਰੂ ਜਿਹਾ ਮੈਂ ਨਹੀਂ ਹੋਰ। ਤੇ ਹੁਣ ਗੁਰੂ ਪਰਮੇਸ਼ਵਰ ਏਕੋ ਜਾਨ, ਜੋ ਤਿਸ ਭਾਵੇ ਸੋ ਪ੍ਰਵਾਨ। ਮੈਂ ਕਿਹਾ ਗੁਰੂ ਪਰਮੇਸ਼ਵਰ ਇੱਕੋ ਜਾਨ। ਜਦੋਂ ਤੱਕ ਸਾਡਾ ਉਹ ਭਰੋਸਾ ਬਣਦਾ ਨਹੀਂ, ਕਿਉਂਕਿ ਜਦੋਂ ਜਦੋਂ ਵੀ ਸਤਿਗੁਰ ਆਏ ਨੇ, ਅਸੀਂ ਕਿਉਂ ਮਾਰ ਖਾਧੀ? ਕਿਉਂਕਿ ਜਿੰਨੀ ਵਾਰ ਤੁਸੀਂ, ਮੈਂ ਕਈ ਵਾਰੀ ਦੱਸਿਆ ਕਿ ਤੁਸੀਂ ਪਿੱਛੇ ਸਤਸੰਗ ਸੁਣ ਕੇ ਦੇਖੋ, ਕੋਈ ਬਾਣੀ ਪੜ੍ਹ ਕੇ ਦੇਖੋ, ਆਪਣੇ ਆਪ ਨੂੰ ਉਹਨਾਂ ਨੇ ਭਿਖਾਰੀ, ਦਾਸ, ਨੀਚ, ਨਿਕੰਮਾ, ਕਈ ਤਰ੍ਹਾਂ ਉਹਨਾਂ ਨੇ ਕਹਿ ਕੇ ਕਿਹਾ। ਸਵਾਮੀ ਜੀ ਨੇ ਦੇ ਪਿੱਛੇ ਵਚਨ ਆਏ ਸੀ, ਗੁਰੂ ਮੈਂ ਗੁਨਾਹਗਾਰ ਅਤ ਭਾਰੀ, ਕਾਮ ਕ੍ਰੋਧ ਔਰ ਛਲ ਚਤੁਰਾਈ ਅਨ ਸੰਗ ਮੇਰੀ ਜਾਰੀ। ਅਸੀਂ ਸੋਚਦੇ ਹਾਂ ਤੇ ਗੁਰੂ ਗੁਰੂ ਇਹੋ ਜਿਹਾ ਹੈ, ਅਸੀਂ ਥੋੜ੍ਹਾ ਇਹੋ ਜਿਹੇ ਹੈਗੇ ਹਾਂ। ਬਸ ਉਹ ਭਰਮ ਜਿਹੜਾ ਆ ਸਾਨੂੰ ਅੱਗੇ ਨਹੀਂ ਵਧਦਾ। ਜਦੋਂ ਤੱਕ ਇਹ ਭਰਮ ਸਾਡਾ ਦੂਰ ਨਹੀਂ ਹੁੰਦਾ, ਜਦੋਂ ਤੱਕ ਇਹ ਅੱਖ ਨਹੀਂ ਖੋਲਦੀ, ਕਿਸ ਤਰ੍ਹਾਂ ਅੱਗੇ ਚੱਲਾਂਗੇ? ਨਹੀਂ ਗੱਲ ਬਣਦੀ ਫਿਰ। ਹਾਂਜੀ। ਸਹਿਸ ਸਿਆਣਪ ਲਿਆ ਨਾ ਜਾਈਏ, ਨਾਨਕ
ਨਾਨਕ ਐਸਾ ਗੁਰ ਵਡ ਭਾਗੀ ਪਾਈਐ। ਰਾਧਾ ਸੁਆਮੀ ਜੀ, ਰਾਧਾ ਸੁਆਮੀ। ਉਹ ਫਰਮਾਉਂਦੇ ਨੇ ਕਿ ਐਸਾ ਸਤਿਗੁਰ ਜਿਹੜਾ ਹੈ, ਜਿਹਨੂੰ ਕਿਹਾ ਗਿਆ ਕਿ ਬ੍ਰਹਮ ਪਾਰ ਬ੍ਰਹਮ ਸਭ ਕੁਝ ਉਹਦੇ ਵਿੱਚ ਹੀ ਸਮਾਇਆ ਪਿਆ ਹੈ। ਹੁਣ ਐਸੇ ਗੁਰੂ ਨੂੰ ਐਸੇ ਉਸ ਜਿਹੜੀ ਦਾਤ ਹੈ ਕਿਤੇ ਇੱਦਾਂ ਮਿਲ ਜਾਏਗੀ? ਬੜੇ ਬੜੇ ਚਾਤੁਰ, ਬੜੇ ਬੜੇ ਚਤੁਰਾਈਆਂ ਵਾਲੇ ਇੱਥੇ ਸੰਸਾਰ 'ਚ ਜਿਹੜੇ ਆ ਠੇਡੇ ਖਾਂਦੇ ਫਿਰਦੇ ਨੇ, ਗੱਲ ਨਹੀਂ ਬਣਦੀ ਕੋਈ ਵੀ। ਤੇ ਉਸ ਸਤਿਗੁਰ ਦੀ ਜਿਹੜੀ ਗੱਲ ਏ, ਉਹ ਜਦ ਉਹਦੀ ਕਿਸ ਤਰ੍ਹਾਂ ਸਮਝ ਆਏਗੀ ਸਾਨੂੰ? ਪਹਿਲਾਂ ਜਿਹੜੇ ਬਚਨ ਹੈ ਕਿ ਬਈ ਚਤੁਰਾਈਆਂ ਕਿਹਨੇ ਨਾ ਪਾਇਆ, ਭੋਲੇ ਭਾ ਮਿਲੇ ਰਘੁਰਾਇਆ। ਭੋਲੇ ਭਾਈ ਉਸ ਕੰਮ ਹੋਏਗਾ। ਜੇ ਅਸੀਂ ਚਤੁਰਾਈਆਂ ਨਾਲ ਕਵਾਂਗੇ ਕੋਈ ਨਾ ਕੋਈ ਆਪਣੇ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕਰਕੇ, ਨਹੀਂ ਵੀ ਉਹ ਨਹੀਂ ਮਿਲਣਾ। ਇਸੇ ਲਈ ਕਲੀਅਰ ਕਰ ਰਹੇ ਨੇ, ਕਹਿ ਰਹੇ ਨੇ ਸਹਿਸ ਸਿਆਣਪ ਲਿਆ ਨਾ ਜਾਏ। ਕਹਿੰਦੇ ਹਜ਼ਾਰਾਂ ਸਿਆਣਪਾਂ ਦੇ ਨਾਲ ਵੀ ਨਹੀਂ ਅਸੀਂ ਭੇਦ ਪਾ ਸਕਦੇ। ਲੱਖ ਸਿਆਣਪਾਂ ਹੋਣ ਸਾਡੇ ਦੇ ਵਿੱਚ, ਬੜੇ ਬੜੇ ਜਿਹੜੇ ਸੀ ਇੱਥੇ ਵਿਦਵਾਨ ਜਿਹੜੇ ਸੀ ਉਹ ਮੱਥੇ ਮਾਰਦੇ ਰਹਿ ਗਏ, ਨਹੀਂ ਉਹ ਉਸ ਦਾ ਭੇਦ ਨਹੀਂ ਪਾ ਸਕੇ। ਇਸ ਕਰਕੇ ਸਾਫ਼ ਕਰ ਰਹੇ ਨੇ, ਕਹਿੰਦੇ ਸਹਿਜ ਸਿਆਣਪ ਲਿਆ ਨਾ ਜਾਏ, ਨਾਨਕ ਐਸਾ ਗੁਰ ਵਡਭਾਗੀ ਪਾਈਏ। ਬਈ ਐਸੇ ਵੱਡੇ ਭਾਗ ਹੋਣ ਤੇ ਫਿਰ ਹੀ ਸਤਿਗੁਰ ਐਸੇ ਸਾਨੂੰ ਮਿਲਦੇ ਨੇ। ਚਤੁਰਾਈਆਂ ਦੇ ਨਾਲ ਕਈ ਵਾਰ ਕਵਾਂਗੇ ਕਿ ਬਈ ਮੈਂ ਕੋਈ ਸਾਡੇ ਕੋਲ ਤੇ ਆਪਣੇ, ਮੈਂ ਪਹਿਲਾਂ ਦੱਸਿਆ ਕਿ ਰਿਸ਼ਤੇ ਕਰਦੇ ਆ, ਮੁੰਡਿਆਂ ਦੇ ਕਰਦੇ ਆ, ਕੁੜੀਆਂ ਦੇ ਕਰਦੇ ਆ, ਅੱਗੇ ਵੇਖ ਕੇ ਕਰਦੇ ਆ, ਉਹਦਾ ਨਹੀਂ ਪਤਾ ਚੱਲਦਾ ਸਾਨੂੰ ਕਿ ਜਿਹੜੇ ਰਿਸ਼ਤੇਦਾਰ ਅੱਗੇ ਮਿਲੇ ਨੇ ਕਿਹੋ ਜਿਹੇ ਨੇ। ਬੜਾ ਅਸੀਂ ਪਤਾ ਕਰਦੇ ਆ, ਇੱਧਰ ਉੱਧਰ ਦੇਖਦੇ ਆ, ਕਈ ਥਾਵਾਂ ਤੋਂ ਪੁੱਛਦੇ ਆ, ਕਈ ਥਾਵਾਂ ਤੋਂ ਕਰਦੇ ਆ, ਬਾਅਦ 'ਚ ਫਿਰ ਨੁਕਸ ਕੱਢੀ ਜਾਂਦੇ ਆ ਕਿ ਆਹ ਨਹੀਂ ਪਤਾ, ਨਹੀਂ ਲੱਗਾ, ਉਹ ਨਹੀਂ ਪਤਾ ਲੱਗਾ। ਸਾਡੀਆਂ ਸਿਆਣਪਾਂ ਤਾਂ ਇੱਥੇ ਨਹੀਂ ਕੰਮ ਕਰਦੀਆਂ। ਕੰਮਕਾਰ ਕਰਦੇ ਆ, ਬਿਜ਼ਨਸ ਕਰਦੇ ਆ, ਬੜਾ ਸੋਚ ਸਮਝ ਕੇ ਪ੍ਰਾਪਰਟੀਆਂ ਲੈਂਦੇ ਆ, ਸੋਚ ਸਮਝ ਕੇ ਕੰਮਕਾਰ ਕਰਦੇ ਆ, ਉਹਦੇ ਵਿੱਚ ਵੀ ਸਾਨੂੰ ਨਹੀਂ, ਉਹ 'ਚ ਵੀ ਮਾਰ ਖਾ ਲੈਂਦੇ ਆ। ਉੱਥੇ ਸਿਆਣਪਾਂ ਨਹੀਂ ਚੱਲਦੀਆਂ। ਤੇ ਬਈ ਉਹ ਜਿਹੜਾ ਪਾਰ ਬ੍ਰਹਮ, ਜਿਹੜਾ ਪਰਮੇਸ਼ਵਰ ਜੀ ਦੀ ਗੱਲ ਕਰ ਰਹੇ ਆ, ਉਹਨੂੰ ਇਹਨਾਂ ਚੀਜ਼ਾਂ ਚਤਰਾਈਆਂ ਨਾਲ ਅਸੀਂ ਪਾਲਾਂਗੇ? ਨਹੀਂ। ਹੁਣ ਕਹਾ ਕਿ ਹੋਰ ਵੀ ਨੀਵਾਂ ਹੋ ਫਕੀਰਾ, ਹੋਰ ਵੀ ਨੀਵਾਂ ਹੋ ਫਕੀਰਾ, ਹੋਰ ਵੀ ਨੀਵਾਂ ਹੋ, ਪਾਏਗਾ ਦੀਦਾਰ ਸਾਈਂ ਦਾ, ਉਹਲਾ ਰਹੇ ਨਾ। ਇੱਥੇ ਸਿਆਣਪਨਾ ਉੱਚੇ ਹੋਣ ਦੀ ਲੋੜ ਨਹੀਂ। ਜਿੰਨਾ ਨੀਵਾਂ ਹੋਏਗਾ, ਜਿੰਨਾ ਨੀਵਾਂ, ਕਹਿੰਦੇ ਕਿ ਹੋਰ ਵੀ ਨੀਵਾਂ ਹੋ ਫਕੀਰਾ, ਹੋਰ ਵੀ ਨੀਵਾਂ ਹੋ। ਫਿਰ ਉਹ ਸਤਿਗੁਰਾਂ ਦਾ ਕੋਈ ਭੇਤ ਚੱਲਦਾ। ਫਿਰ ਉਹ ਭੇਤ ਕਿਉਂ ਕਿ ਚੱਲਣਾ ਹੈ? ਤੇ ਦਿਆਲ ਹੋ ਕੇ ਦਇਆ ਕਰਕੇ ਉਹ ਬਈ ਇਹਨੂੰ ਆਪਣਾ ਭੇਤ ਬਖਸ਼ ਦਿੰਦੇ ਨੇ। ਜਦੋਂ ਇਹਦੇ ਮਨ ਚੋਂ ਹਉਮੈ ਹੰਕਾਰ ਮਿਟ ਜਾਂਦਾ ਹੈ, ਫਿਰ ਇਹ ਜਦੋਂ ਨੀਵਾਂ ਹੋ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਉਂਦਾ ਹੈ, ਤੇ ਬਈ ਸਤਿਗੁਰ ਦਇਆ ਕਿਰਪਾ ਕਰਦੇ ਨੇ। ਸਤਿਗੁਰਾਂ ਨੇ ਕਾਹਦੇ ਵਾਸਤੇ? ਬਈ ਖੁੱਲੇ ਭੰਡਾਰੇ ਕੋਈ ਕਿੰਨਾ ਕੁ ਕੋਈ ਗੁਰਮਤਿ ਖਿਲਾਰਾ ਪਾਇਆ, ਪਰ ਫਿਰ ਵੀ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਜਿੰਨੇ ਵੀ ਨਿਯਮ, ਮੈਂ ਕਈ ਵਾਰੀ ਦੱਸਿਆ ਕਿ ਆਉਣਾ, ਚਲੋ ਉਹਨਾਂ ਦੇ ਮੌਤ ਜਦੋਂ ਬੁਲਾਉਂਦੇ ਨੇ ਉਦੋਂ ਹੀ ਆ, ਜਦੋਂ ਇੱਥੋਂ ਜਾਣਾ ਵੀ ਉਦੋਂ ਵੀ ਸਤਿਗੁਰਾਂ ਨੇ ਨਿਯਮ ਬਣਾਈ, ਛੁੱਟੀ ਲੈ ਕੇ ਜਾਣਾ ਹੈ। ਠੀਕ ਹੈ ਨਾ? ਉਹ ਕਾਹਦੇ ਵਾਸਤੇ? ਕਈ ਵਾਰੀ ਗੁਰਮਤਿ ਪੁਰਾਣੇ ਸਾਸੰਗ ਸੁਣੋ, ਅੱਜ ਤੋਂ 40 ਸਾਲ ਪਹਿਲੇ ਵੀ ਗੁਰਮਤਿ ਉਹਦੇ ਵਿੱਚ ਉਦੋਂ ਵੀ ਇਸੇ ਤਰ੍ਹਾਂ ਹੀ ਕਈ ਵਾਰੀ ਧੱਕਾ ਹੋ ਰਿਹਾ। ਗੁਰੂ ਮਹਾਰਾਜ ਜੀ ਬਾਰ-ਬਾਰ ਮਾਈਕ 'ਚ ਕਹਿ ਰਹੇ ਨੇ, ਬਈ ਧੱਕਾ ਮੁੱਕੀ ਨਾ ਕਰੋ, ਆਰਾਮ ਨਾਲ ਲਾਓ, ਬਈ ਸਭ ਨੂੰ ਪ੍ਰਸ਼ਾਦ ਮਿਲੇਗਾ, ਸਭ ਨੂੰ ਛੁੱਟੀ ਮਿਲੇਗੀ, ਬਈ ਆਰਾਮ ਨਾਲ ਲਾਓ, ਧੱਕਾ ਮੁੱਕਾ ਨਾ ਕਰੋ, ਗੁਰੂ ਮਰਿਆਦਾ ਦਾ ਧਿਆਨ ਰੱਖੋ। ਬਸ ਇਹੋ ਹੀ ਕੰਮ ਚੱਲੀ ਜਾ ਰਿਹਾ, ਚੱਲੀ ਜਾ ਰਿਹਾ। ਕੋਈ ਸਿਲੰਡਰ ਹੀ ਲੈਣ ਜਾਂਦੇ ਆ ਕਈ ਵਾਰੀ, ਕੋਈ ਆ ਪਿੱਛੇ ਜਿਸ ਤਰ੍ਹਾਂ ਲੱਗਾ, ਲਾਕਡਾਊਨ ਲੱਗਾ, ਕਈ ਵਾਰੀ ਕੋਈ ਐਸਾ ਬਾਜ਼ਾਰ ਦਾ ਸਮਾਨ ਲੈਣ ਜਾਂਦੇ ਆ, ਕੋਈ ਲਾਈਨਾਂ ਲੱਗੀਆਂ ਹੁੰਦੀਆਂ ਨੇ, 2-2 ਘੰਟੇ, 4-4 ਘੰਟੇ ਖਲੋਣਾ ਪੈਂਦਾ। ਖਲੋਤੇ ਆਰਾਮ ਨਾਲ, ਪਤਾ ਕੋਈ ਧੱਕਾ ਮੁੱਕੀ ਨਹੀਂ, ਆਰਾਮ ਨਾਲ ਖੜੇ ਹੁੰਦੇ ਆ। ਸਾਰੇ ਸਭ ਕੁਝ ਮੰਨਿਆ ਜਾਂਦਾ ਹੈ, ਪਰ ਉੱਥੇ ਆ ਕੇ ਮਨ ਜਿਹੜਾ ਚਤਰਾਈ ਕਰਦਾ ਹੈ, ਉੱਥੇ ਆਣ ਕੇ ਇਹਨੂੰ ਸਾਰੀ ਦੁਨੀਆ ਦੀ ਕਾਹਲੀ ਵੀ ਪੈ ਜਾਂਦੀ ਹੈ, ਸਭ ਕੁਝ ਹੋ ਜਾਂਦਾ ਹੈ। ਔਰ ਕਈ ਵਾਰੀ ਕਈ ਸਾਸੰਗ ਗੁਰੂ ਨੇ ਸਾਫ਼ ਫਰਮਾਇਆ ਕਿ ਬਈ ਕਾਹਲੀ ਨਾ ਕਰੋ, ਕੋਈ ਨਹੀਂ, ਸਭ ਨੇ ਬਈ ਜਾਣਾ, ਘਰ ਨੂੰ ਆਏ ਆ, ਤੇ ਕੋਈ ਬਈ ਜਿਹੜਾ ਪ੍ਰਸ਼ਾਦ ਲੈਣ ਆਏ ਆ, ਲੈ ਕੇ ਜਾਈਏ, ਖੁਸ਼ੀ ਖੁਸ਼ੀ ਜਾਈਏ। ਔਰ ਸਾਸੰਗ ਵਿੱਚ ਹੀ ਸਤਿਗੁਰਾਂ ਨੇ ਵਚਨ ਕੀਤੇ, ਬਈ ਇੱਥੋਂ ਜਾ ਕੇ ਕਿਤੇ ਰਸਤੇ 'ਚ ਬੱਸ ਪੈਂਚਰ ਹੋ ਜਾਵੇ, ਕੋਈ ਹੋ ਜਾਵੇ, ਫਿਰ ਨਹੀਂ ਉੱਥੇ ਖਲੋਵਾਂਗੇ। ਉੱਥੇ 2-2 ਘੰਟੇ ਖਲੋ ਜਾਵਾਂਗੇ। ਗੱਡੀ ਪੈਂਚਰ ਹੋ ਜਾਵੇ, ਕੋਈ ਐਕਸੀਡੈਂਟ ਹੋ ਜਾਵੇ, ਉੱਥੇ 2-2 4-4 ਘੰਟੇ ਲੱਗ ਜਾਣ, ਭਾਵੇਂ ਕੋਈ ਗੱਲ ਨਹੀਂ ਹੈਗੀ। ਇਹ ਕੀ ਹੈ? ਇਹੋ ਹੀ ਕਾਲ ਦੀ ਮਾਇਆ ਜਿਹੜੀ ਹੈ, ਟਿਕਣ ਨਹੀਂ ਦਿੰਦੀ ਇਹਨੂੰ, ਗੁਰੂ ਦਾ ਵਚਨ ਨਹੀਂ ਮੰਨਣ ਦਿੰਦੀ, ਗੁਰੂ ਵਾਲੇ ਪਾਸੇ ਨਹੀਂ ਤੁਰਨ ਦਿੰਦੀ। ਬਾਕੀ ਸਾਰੇ ਬੰਨੇ ਨੂੰ ਸਹਿਯੋਗ ਮਿਲ ਜੂਗਾ, ਲੇਕਿਨ ਬਈ ਜਿਹਨੂੰ ਆਪਣਾ ਫਿਕਰ ਹੈ, ਇਹ ਮੈਂ ਜ਼ਰੂਰ
ਕਹਾਂਗਾ ਕਿ ਜਿਹਨੂੰ ਆਪਣਾ ਫਿਕਰ ਹੈ ਉਹ ਜ਼ਰੂਰ ਗੁਰੂ ਦੇ ਬਚਨ ਚਾਹੇਗਾ। ਉਹ ਨਹੀਂ ਇੱਧਰ ਉੱਧਰ ਦੇਖੇਗਾ ਕਿ ਕੀ ਦੁਨੀਆ ਕੀ ਕਰਦੀ ਪਈ ਹੈ, ਕੁਛ ਕੀ। ਮੈਂ ਕਈ ਵਾਰੀ ਸੰਗਤ 'ਚ ਦੇਖਦਾ ਹੈ, ਜਦੋਂ ਕਈ ਵਾਰੀ ਐਸਾ ਕੋਈ ਸ਼ੋਰ ਸ਼ਰਾਬਾ ਹੋ ਰਿਹਾ ਹੁੰਦਾ, ਜਦੋਂ ਕਹੀਦਾ ਕਿ ਬਈ ਸ਼ਾਂਤੀ ਨਾਲ ਬੈਠੋ, ਆਰਾਮ ਨਾਲ ਬੈਠੋ, ਕਈ ਕਰੀ ਜਾਂਦੇ ਨੇ ਔਰ ਕਈ ਐਂ ਬਿਲਕੁਲ ਆਰਾਮ ਨਾਲ ਬੈਠੇ ਹੁੰਦੇ ਨੇ। ਬਈ ਜਿਹੜੇ ਬੈਠੇ ਨੇ ਉਹ ਵੀ ਸਤਿਗੁਰ ਦੇਖ ਰਹੇ ਨੇ, ਚਾਹੇ ਉਹ ਬਿਲਕੁਲ ਪੰਡਾਲ 'ਚ ਲਾਸਟ ਤੇ ਬੈਠਾ ਹੋਵੇ, ਭਾਵੇਂ ਉਹ ਸਾਹਮਣੇ ਬੈਠਾ, ਭਾਵੇਂ ਸਾਈਡ ਤੇ ਬੈਠਾ ਹੋਵੇ, ਕੋਈ ਡਿਊਟੀ ਸੇਵਾ ਕਰ ਰਿਹਾ ਹੋਵੇ, ਭਾਵੇਂ ਉੱਥੇ ਵੀ ਉਹ ਹੁਕਮ ਦੇ ਵਿੱਚ ਹੈ, ਤੇ ਬਈ ਉੱਥੇ ਵੀ ਉਹ ਸਤਿਗੁਰਾਂ ਦੀ ਦ੍ਰਿਸ਼ਟੀ ਨਜ਼ਰ ਦੇ ਵਿੱਚ। ਬੜੀ ਖੁਸ਼ੀ ਵੀ ਹੁੰਦੀ ਹੈ ਕਈ ਵਾਰ ਕਿ ਕਈ ਵਾਰੀ ਇੱਥੇ ਸਤਸੰਗ ਹੁੰਦਾ ਨਾ, ਜਦੋਂ ਲਾਈਵ ਚੱਲ ਰਿਹਾ ਹੁੰਦਾ ਹੈ, ਤੇ ਬਈ ਘਰਾਂ 'ਚ ਬੈਠੇ ਵੀ ਸੰਗਤਾਂ, ਕਈ ਜਦੋਂ ਪਤਾ ਚੱਲਦਾ ਹੈ ਕਿ ਇੱਥੇ ਕਿਸੇ ਵੇਲੇ ਕਹਿ ਦਿੰਦਾ ਹੈ ਕਿ ਬਈ ਨੀਂਦ ਆ ਰਹੀ ਹੈ, ਬਈ ਧਿਆਨ ਨਾਲ ਬੈਠੋ, ਐਕਟਿਵ ਹੋ ਕੇ ਬੈਠੋ, ਸਿਰ ਤੇ ਰੁਮਾਲ ਸੇਵਾਦਾਰ ਕਹਿੰਦੇ ਨੇ ਜਾਂ ਕੁਛ ਵੀ ਹੈ, ਜਾਂ ਕਿਸੇ ਵੇਲੇ ਹੋਰ ਕੋਈ ਮਰਿਆਦਾ ਦੀ ਗੱਲ ਕਰਦੇ ਨੇ, ਤੇ ਕਈ ਇੱਥੇ ਬੈਠੇ ਵੀ ਉਸ ਚੀਜ਼ ਨੂੰ ਨਹੀਂ ਮੰਨਦੇ ਹੁੰਦੇ, ਕਈ ਘਰਾਂ 'ਚ ਬੈਠੇ ਵੀ ਉਸੇ ਵੇਲੇ ਹੀ ਉਹ ਉਸ ਚੀਜ਼ ਨੂੰ ਫੋਲੋ ਕਰ ਲੈਂਦੇ ਨੇ। ਇਸ ਕਰਕੇ ਉਹਨੇ ਫਰਮਾਇਆ ਕਿ ਬਈ ਗੁਰੂ ਮਹਾਰਾਜ ਨੇ ਕਈ ਵਾਰੀ ਫਰਮਾਉਣਾ, ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ। ਕਈਆਂ ਦੀ ਘਰ ਬੈਠਿਆਂ ਵੀ ਹਾਜ਼ਰੀਆਂ ਲੱਗੀ ਜਾਂਦੀਆਂ, ਕਈਆਂ ਦੀ ਬੈਠ ਕੇ ਵੀ ਉੱਥੇ ਸਨਮੁਖ ਵੀ ਉਹ ਨਹੀਂ ਲੱਗਦੇ। ਇਸ ਲਈ ਡਰਤ ਰਹੇ ਸੋ ਉਬਰੇ, ਗਾਫਲ ਖਾਈ ਮਾਰ। ਹਮੇਸ਼ਾ ਮਨ ਦੇ ਵਿੱਚ ਉਹ ਡਰ ਰੱਖੀਏ। ਕੋਈ ਇਹ ਨਹੀਂ ਹੈ, ਗੁਰੂ ਨੇ ਇੱਕ ਸਾਥੀ ਨੇ ਫਰਮਾਇਆ ਕਿ ਇਹ ਬੈਠਾ ਸਤਸੰਗ ਦੇ ਵਿੱਚ ਇਹ ਆਪਣੇ ਵੱਲੋਂ ਚਤਰਾਈ ਕਰਦਾ ਹੈ, ਕਹਿੰਦਾ ਬੈਠਾ ਸਿੱਧਾ ਹੈ, ਅੱਖਾਂ ਇਹਦੀਆਂ ਇੱਧਰ ਨੂੰ ਜਾ ਰਹੀਆਂ ਨੇ, ਹੱਥ ਇਹਦੇ ਇੱਧਰ ਨੂੰ ਹਿੱਲ ਰਹੇ ਨੇ। ਗੁਰੂ ਨੂੰ ਕਹਿੰਦੇ ਬਈ ਗੁਰੂ ਕਾਹਦਾ ਜਿਹੜਾ ਇਹਨੂੰ ਦੇਖ ਨਹੀਂ ਰਿਹਾ। ਇਹ ਕਹੇ ਕਿ ਮੈਂ ਲੁੱਕ ਕੇ ਬੈਠਾ ਹਾਂ, ਮੈਂ ਕਿਤੇ ਮੈਨੂੰ ਦੇਖਿਆ ਨਹੀਂ ਜਾ ਰਿਹਾ, ਮੈਨੂੰ ਪਤਾ ਨਹੀਂ ਹੁਣ ਕਿਹੜਾ ਮੈਂ ਇੱਧਰ ਹੋ ਗਿਆ, ਉੱਧਰ ਹੋ ਗਿਆ, ਪਿੱਛੇ ਹੋ ਗਿਆ, ਨਹੀਂ ਬਈ। ਜੇ ਸਾਡੇ ਮਨ 'ਚ ਇਹ ਭਰਮ ਰਹੇਗਾ ਤੇ ਫਿਰ ਬਈ ਕਿਸ ਤਰ੍ਹਾਂ ਸਾਡਾ ਕੰਮ ਚੱਲੇਗਾ, ਫਿਰ ਸਾਡੇ ਕਰਮ ਕਿੱਦਾਂ ਖਲੋਣਗੇ। ਇੱਕ ਇੱਕ ਦੀ ਬੇਨਤੀ, ਇੱਕ ਇੱਕ ਦੇ ਜਿਹੜੇ ਵਿਚਾਰ ਜਿਹੜੇ ਉਹ ਪੜ੍ਹ ਰਿਹਾ ਹੈ, ਤੇ ਫਿਰ ਬਈ ਉਹਦੇ ਨਾਲ ਧੋਖਾ ਕਿੱਦਾਂ ਅਸੀਂ ਕਰਾਂਗੇ। ਹਾਂ, ਜੇ ਅਸੀਂ ਉਹ ਧੋਖਾ ਕਰ ਰਹੇ ਹਾਂ, ਜਾਂ ਅਸੀਂ ਆਪ ਤੇ ਅਸੀਂ ਉਹਦੇ ਨਾਲ ਨਹੀਂ ਕਰ ਸਕਦੇ, ਆਪਣੇ ਆਪ ਨਾਲ ਕਰ ਰਹੇ ਹਾਂ। ਇਸ ਲਈ ਉਹਨਾਂ ਫਰਮਾਇਆ ਕਿ ਸਿਆਣਪ ਦੇ ਨਾਲ ਨਹੀਂ, ਸੰਸਾਰੀ ਸਿਆਣਪਾਂ ਇਹ ਬਾਹਰ ਚੱਲਣਗੀਆਂ, ਡਿਗਰੀਆਂ ਲਈ ਹੋਣਗੀਆਂ, ਇੰਜੀਨੀਅਰ ਹੋਣਗੇ, ਡਾਕਟਰ ਹੋਣਗੇ, ਕੋਈ ਵੱਡੇ ਵੱਡੇ ਕੋਈ ਹੋਰ ਵਿਦਵਾਨ ਹੋਣਗੇ, ਪਰ ਬਈ ਇਹ ਵਿਦਵਾਨਾਂ ਦਾ ਮਤ ਨਹੀਂ ਹੈ। ਜਿਨ੍ਹਾਂ ਸਤਿਗੁਰਾਂ ਦੀ ਬਾਣੀ ਪੜ੍ਹੇ, ਇਹਨਾਂ ਨੇ ਕਿਹੜੀਆਂ ਡਿਗਰੀਆਂ ਕੀਤੀਆਂ ਸੀ। ਜੇ ਇਹਨਾਂ ਦਾ ਅਸੀਂ ਪੜ੍ਹ ਕੇ ਦੇਖਾਂਗੇ ਇਤਿਹਾਸ ਕਿ ਬਈ ਕਿ ਉਹਨਾਂ ਨੇ ਕਿਹੜੀਆਂ ਡਿਗਰੀਆਂ ਲਈਆਂ, ਕਿਹੜੀ ਯੂਨੀਵਰਸਿਟੀ ਤੋਂ ਕੀਤੀਆਂ ਸੀ, ਪਰ ਅੱਜ ਵੀ ਸਾਰਾ ਸੰਸਾਰ ਵੱਡੇ ਵੱਡੇ ਡਿਗਰੀਆਂ ਵਾਲੇ ਵੀ ਉਹਨਾਂ ਦੇ ਅੱਗੇ ਨਤਮਸਤਕ, ਕਿਉਂਕਿ ਜਿਹੜਾ ਉਹਨਾਂ ਕੋਲ ਗਿਆਨ ਸੀ, ਜਿਹੜਾ ਉਹਨਾਂ ਨੇ ਭੇਤ ਪਾਇਆ ਸੀ, ਉਹ ਇਹਨਾਂ ਨਾਲ ਨਹੀਂ ਪਿਆ। ਔਰ ਅਸੀਂ ਇਹੋ ਕੱਲ ਵੀ ਬੇਨਤੀ ਕੀਤੀ ਸੀ ਕਿ ਸਤਿਗੁਰਾਂ ਦੇ ਅੱਗੇ ਹਮੇਸ਼ਾ ਪਿਆਰ ਦੇ ਨਾਲ, ਹਿਰਦੇ ਤੋਂ ਨੀਵੇਂ ਹੋ ਕੇ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਦੇ ਰਿਹਾ ਕਰੀਏ ਕਿ ਸਤਿਗੁਰੂ ਜੀ ਦਇਆ ਕਿਰਪਾ ਕਰੋ। ਹੈ ਕਿ ਕੋਈ ਮੋੜੋ ਮਨੇ ਦੀਆਂ ਵਾਗਾਂ ਨੂੰ, ਫਿਰ ਦੋਸ਼ ਨਾ ਦੇਣਾ ਭਾਗਾਂ ਨੂੰ। ਮਨ ਦੀਆਂ ਵਾਗਾਂ ਨੂੰ ਕਹਿੰਦੇ ਮੋੜੋ। ਵੱਜ ਭਾਗਾਂ ਨੂੰ ਹੀ ਦੋਸ਼ ਦਿਓ, ਸਾਡੇ ਤੇ ਭਾਗ ਹੀ ਏਦਾਂ ਦੇ, ਸਾਡੇ ਤੇ ਕਰਮ ਹੀ ਮਾੜੇ, ਸਾਡੇ ਉਹੀ ਜਿਹਨੂੰ ਗੁਰੂ ਮਿਲਿਆ ਉਹਦੇ ਕਰਮ ਮਾੜੇ ਰਹਿ ਕਿੱਦਾਂ ਸਕਦੇ ਆ? ਨਹੀਂ ਰਹਿ ਸਕਦੇ ਉਹਦੇ। ਇਹ ਪਲਟੂ ਲਿਖੀ ਨਸੀਬ ਕੀ, ਸੰਤ ਦੇਤ ਹੈ ਫੇਰ। ਜੋ ਮਰਜੀ ਨਸੀਬ 'ਚ ਜਿੱਦਾਂ ਦਾ ਮਰਜੀ ਹੋਵੇ, ਜੇ ਸਤਿਗੁਰ ਮਿਲ ਗਏ ਨੇ ਤੇ ਬਈ ਸਭ ਕੁਝ ਬਦਲ ਦਿੰਦੇ ਨੇ। ਉਹਨੇ ਕਿਹਾ ਕਿ ਮਨ ਆਪਣਾ ਸਾਚਾ ਨਹੀਂ, ਤਾਂ ਬਿਦ ਲਾਗੇ ਤੇ। ਜੇ ਮਨ ਹੀ ਵੱਧ ਘੱਟ ਹੋਈ ਜਾਂਦਾ ਕਦੀ ਤਾਂ ਕਦੀ ਠਾਂ, ਤੇ ਬਈ ਸਫ਼ਰ ਤੇ ਫਿਰ ਕੀ ਮੁੱਕਣਾ। ਗੱਡੀ ਲੈ ਕੇ ਜਾਈਏ 2-4 ਕਿਲੋਮੀਟਰ ਅੱਗੇ ਚੱਲ ਜਾਈਏ, ਫਿਰ ਮਨ 'ਚ ਵਹਿਮ ਆ ਜਾਏ ਉਹ ਪਤਾ ਨਹੀਂ ਰਸਤਾ ਠੀਕ ਹੈ ਕਿ ਨਹੀਂ, ਫਿਰ ਪਿਛਾਂਹ ਬੈਕ ਗੇਟ ਲੈ ਕੇ ਲੈ ਆਈਏ, ਉੱਥੇ ਫਿਰ ਕੋਈ ਕਹਿ ਦੇ ਨਹੀਂ ਇਹੋ ਰਸਤਾ ਜਾਂਦਾ ਹੈ, ਅੱਗੋਂ ਫਿਰ ਕੋਈ ਮੋੜ ਦੇ ਨਹੀਂ ਇਹ ਰਸਤਾ ਸਹੀ ਨਹੀਂ ਹੈਗਾ, ਤੇ ਇਦਾਂ ਹੀ ਟਾਈਮ ਲੰਘ ਜਾਂਦਾ ਹੈ। ਇਸ ਕਰਕੇ ਉਹਨਾਂ ਕਿ 20 ਵਿਸਵੇ ਗੁਰੂ ਕਾ ਮਨ, ਇਹਦਾ ਵੀ ਮਨ ਗੁਰੂ ਤੇ ਮੰਨੇ, ਤੇ ਸਤਿਗੁਰ ਵੀ ਇੱਥੇ ਦਿਆਲ ਹੋ ਜਾਣ, ਉਹਨਾਂ ਨੂੰ ਵੀ ਜਦੋਂ ਵਿਸ਼ਵਾਸ ਹੋ ਜਾਂਦਾ ਕਿ ਬਈ ਠੀਕ ਹੈ, ਓਏ ਬਈ ਹੁਣ ਸਿੱਖ ਬਣ ਗਿਆ। ਜਿਸ ਤਰ੍ਹਾਂ ਕਬੀਰ ਸਾਹਿਬ ਦੇ ਸਮੇਂ ਤੇ ਉਹ ਜਿਹੜਾ ਆਏ ਬਲਖ ਬਖਾਰੇ ਦਾ ਰਾਜਾ ਸੀ, ਸਭ ਕੁਝ ਛੱਡ ਕੇ ਆ ਗਿਆ। ਮਾਤਾ ਜੀ ਕਹਿਣ ਲੱਗੇ ਕਿਤੇ ਨਾ ਕਿ ਬਈ ਮਹਾਰਾਜ ਜੀ ਦੇਖੋ ਇਹ ਰਾਜਾ ਸੀ, ਇਹਦੇ ਕਿੱਦਾਂ ਅੱਗੇ ਪਿੱਛੇ ਇਹਦੇ ਨੌਕਰ ਚਾਕਰ ਸੀ, ਰਾਣੀਆਂ ਸੀ, ਇਹਦੇ ਅੱਗੇ ਪਿੱਛੇ ਫੁੱਲਾਂ ਦੀ ਵਰਸ਼ਾ ਹੁੰਦੀ ਸੀ, ਤੇ ਹੁਣ ਦੇਖੋ ਸੇਵਾ 'ਚ ਆਇਆ ਕਿੰਨੀ ਦੇਰ ਹੋ ਗਈ, ਕੀ ਹਾਲ ਬਣ ਗਿਆ ਇਹਦਾ, ਹੁਣ ਤੇ ਪਤਾ ਹੀ ਨਹੀਂ ਲੱਗਦਾ ਕਿ ਇਹ ਰਾਜਾ ਵਾ।
ਕਿੱਦਾਂ ਇਹਦੇ ਚਿਹਰੇ ਤੇ ਤੇਜ਼ ਹੁੰਦਾ ਸੀ, ਹੁਣ ਟੋਕਰੀ ਢੋਂਦਾ ਪਿਆ ਤੁਹਾਡੇ ਦਰਬਾਰ 'ਚ ਮਿੱਟੀ ਦੀ, ਕਦੋਂ ਦਾ ਇਹ ਮਤਲਬ ਇਹ ਲੱਗਾ ਏ, ਤੇ ਹੁਣ ਕਿਰਪਾ ਕਰ ਦਿਓ ਇਹ ਤੇ ਜੋ ਲੈਣ ਆਇਆ ਹੈ। ਕੋਈ ਛੋਟੀ ਗੱਲ ਥੋੜ੍ਹਾ ਹੈ ਕਿ ਰਾਜਾ ਆਪਣੀ ਸਾਰੇ ਕੁਛ ਛੱਡ ਕੇ ਆਪਣੇ ਤੋਂ ਉੱਥੇ ਦਰਬਾਰ ਦੇ ਵਿੱਚ ਉੱਥੇ ਕੋਈ ਬੌਕਰਾਂ ਫੇਰਦਾ ਫਿਰੇ। ਜਦੋਂ ਉਹਨਾਂ ਨੇ ਬੇਨਤੀ ਕੀਤੀ ਤੇ ਕਬੀਰ ਸਾਹਿਬ ਕਹਿਣ ਲੱਗੇ ਕਿ ਕਾਕਾ ਤੈਨੂੰ ਨਹੀਂ ਪਤਾ ਬੇਟੇ। ਕਹਿਣ ਲੱਗੇ ਅਜੇ ਨਹੀਂ ਗੱਲ ਬਣੀ। ਕਹਿੰਦੇ ਗੱਲ ਕਿਉਂ ਨਹੀਂ ਬਣੀ, ਦੇਖੋ ਉਹਦਾ ਹਾਲ ਕੀ ਹੋ ਗਿਆ ਹੈ, ਵਾਲ ਉਹਦੇ ਗਲ 'ਚ ਪੈ ਰਹੇ ਨੇ, ਰੰਗ ਉਹਦਾ ਵੇਖੋ ਕਿੱਦਾਂ ਦਾ ਹੋ ਗਿਆ ਏ, ਤੇ ਹੁਣ ਤੇ ਚਾਹੀਦਾ ਹੈ। ਉਹ ਕਹਿਣ ਲੱਗੇ ਕਿ ਕਾਕਾ ਮੇਰੇ ਪ੍ਰਸ਼ਾਦ ਸੰਭਾਲਿਆ ਨਹੀਂ ਜਾਣਾ ਇਹਦੇ ਕੋਲ, ਅਜੇ ਭਾਂਡਾ ਨਹੀਂ ਤਿਆਰ ਹੋਇਆ। ਉਹ ਜਿੱਦ ਕਰਨ ਲੱਗੇ, ਕਹਿਣ ਲੱਗੇ ਚੱਲ ਤੂੰ ਦੇਖਣਾ ਹੈ ਫਿਰ ਦੇਖ ਲੈ, ਤੂੰ ਇਸ ਤਰ੍ਹਾਂ ਕਰ ਕਿ ਆ ਬਈ ਆ ਤੋਂ ਲਾਗੇ ਕੋਈ ਮਾਂਜਾ ਮਾਰਦੀ ਪਏ ਸੇਵਕ ਕੋਈ, ਤੇ ਕੂੜਾ ਜਿਹਾ ਇਕੱਠਾ ਹੋਇਆ ਸੀ, ਕਹਿੰਦਾ ਇਹਨੂੰ ਲੈ ਜਾ ਟੋਕਰੀ 'ਚ ਪਾ ਕੇ, ਤੇ ਉਹ ਜਿੱਥੋਂ ਬਾਹਰ ਸੁੱਟਦੇ ਪਏ ਨਾ ਸਾਰਾ, ਤੇ ਉੱਤੇ ਖਲੋ ਜਾ, ਤੇ ਜਦੋਂ ਇਹ ਆਏਗਾ ਰਾਜਾ ਤੇ ਇਹਦੇ ਸਿਰ 'ਚ ਥੋੜਾ ਜਿਹਾ ਸੁੱਟ ਦੇ। ਹੁਣ ਉੱਥੇ ਸੇਵਾ ਕਰਦਾ ਤਾਂ ਬੜਾ ਸ਼ਾਂਤ ਲੱਗ ਰਿਹਾ ਸੀ, ਐਉਂ ਲੱਗ ਰਿਹਾ ਸੀ ਵਾਕਈ ਵੀ ਕਿਆ ਬਾਤ ਹੈ, ਇਹ ਤੇ ਪੂਰਾ ਭਗਤ ਬਣ ਗਿਆ। ਜਦੋਂ ਡਿਉੜੀ ਥਾਣੀ ਲੰਘਿਆ ਉੱਤੋਂ ਦੀ, ਤੇ ਉਹ ਮਾਤਾ ਨੇ ਉੱਤੋਂ ਟੋਕਰੀ ਫੜੀ ਸੀ, ਉਹਦੇ ਉੱਤੇ ਜਿਹੜੀ ਸੀ ਉਹਦੇ ਕੂੜਾ ਸੁੱਟ ਦਿੱਤਾ। ਜਦੋਂ ਸਿਰ ਤੇ ਕੂੜਾ ਪਿਆ ਤੇ ਦੇਖਿਆ ਕਿ ਕੂੜਾ ਇਸ ਤਰ੍ਹਾਂ ਕਰਕੇ ਥੱਲੇ ਮਿੱਟੀ ਘਟਾ ਜਿਹਾ, ਤੇ ਇਸ ਤਰ੍ਹਾਂ ਤਾਂ ਨੂੰ ਦੇਖਿਆ ਰਾਜਾ ਜਾਗ ਪਿਆ ਵਿੱਚ ਉਸੇ ਵੇਲੇ, ਐ ਅੱਖਾਂ ਲਾਲ ਕੱਢ ਕੇ, ਵੱਡੀਆਂ ਵੱਡੀਆਂ ਅੱਖਾਂ ਕੱਢ ਕੇ ਜਿੱਦਾਂ ਡਰਾਉਣੀਆਂ ਜਿਹੀਆਂ, ਤੇ ਵੇਖਿਆ ਉਹਦੇ ਵੱਲ, ਤੇ ਨਾਲ ਹੀ ਕਹਿੰਦਾ ਹੁੰਦਾ ਹਾਂ ਕਿਤੇ ਮੈਂ ਆਪਣੇ ਰਾਜ ਦੇ ਵਿੱਚ, ਹੁੰਦਾ ਹਾਂ ਕਿਤੇ ਉੱਥੇ, ਤਾਂ ਮੈਂ ਲੱਤ ਤੇ ਲੱਤ ਰੱਖ ਕੇ ਚੀਰ ਦੇਣਾ, ਪਤਾ ਲੱਗ ਜਾਣਾ ਸੀ ਕਿੱਦਾਂ। ਮਹਾਰਾਜ ਡਰ ਗਏ ਉਸੇ ਉਹਦੀ ਅੱਖਾਂ ਦੇਖ ਕੇ, ਉਸੇ ਵੇਲੇ ਦੌੜੇ ਆਏ ਵਾਪਸ, ਆਣ ਕੇ ਸਤਿਗੁਰਾਂ ਅੱਗੇ ਬੇਨਤੀ ਕੀਤੀ, ਮਹਾਰਾਜ ਗਲਤੀ ਹੋ ਗਈ, ਵਾਕਈ ਉਹ ਤੇ ਅੱਜ ਤੇ ਮੈਂ ਰੂਪ ਹੀ ਹੋਰ ਕੋਈ ਦੇਖਿਆ ਉਹਦਾ। ਕਹਿੰਦੇ ਬੇਟੇ ਤੁਹਾਨੂੰ ਆਖਿਆ ਸੀ ਅਜੇ ਅਜੇ ਰਾਜਾ ਹੀ ਹੈ, ਅਜੇ ਸੇਵਕ ਨਹੀਂ ਬਣਿਆ ਹੈ, ਅਜੇ ਰਾਜਾ। ਫਿਰ ਕੁਛ ਟਾਈਮ ਲੰਘਿਆ, ਕੁਝ 6 ਮਹੀਨੇ ਸਾਲ ਕਿਤੇ ਲੰਘ ਗਿਆ, ਤੇ ਆਪਣੇ ਧਿਆਨ ਸਾਹਿਬ ਸੇਵਾ ਕਰ ਰਹੇ ਸੀ, ਤੇ ਸੁਖਬੀਰ ਸਾਹਿਬ ਨੇ ਆਵਾਜ਼ ਮਾਰੀ, ਤੇ ਕਹਿਣ ਲੱਗੇ ਕਿ ਬਈ ਤੁਸੀਂ ਉਦੋਂ ਬੇਟੇ ਕਹਿੰਦੇ ਸੀ ਨਾ ਕਿ ਦਿਆ ਕਰ, ਹੁਣ ਭਾਂਡਾ ਤਿਆਰ ਹੋ ਗਿਆ। ਹੁਣ ਸਾਡੇ ਕੋਲ ਤਾਂ ਉਹੀ ਅੱਖਾਂ ਨੇ ਜਿਹੜੀਆਂ ਅੱਗੇ, ਅਸੀਂ ਉਹ ਫਿਰ ਕਹਿਣ ਲੱਗੇ ਨਹੀਂ, ਕਹਿੰਦੇ ਮਹਾਰਾਜ ਮੈਂ ਤਾਂ ਉਦਾਂ ਦਾ ਹੀ ਲੱਗਦਾ ਜਿੱਦਾਂ ਦਾ ਅੱਗੇ। ਕਹਿੰਦੇ ਨਹੀਂ ਕਾਕਾ ਹੁਣ ਅੰਦਰੋਂ ਭਾਂਡਾ ਤਿਆਰ ਹੋ ਗਿਆ। ਕਿਉਂਕਿ ਸਤਿਗੁਰ ਤੇ ਬਈ ਦੇ ਅੰਦਰ ਦੇਖਦੇ ਨੇ, ਬਾਹਰ ਦਾ ਨਹੀਂ ਦੇਖਦੇ ਕਿ ਬਾਹਰੋਂ ਇਹ ਕੀ ਕਰ ਰਿਹਾ ਹੈ। ਬਾਹਰੋਂ ਨੱਕ ਘਸਾਏ ਜਾਂ ਇਹਦੇ ਮੱਥੇ ਘਸਾਏ ਕੁਛ ਨਹੀਂ ਇਹਦੇ ਕੋਈ ਵੇਖਦੇ। ਸਤਿਗੁਰ ਹੋਣ ਲੱਗੇ ਕਿ ਬੇਟੇ ਭਾਂਡਾ ਤਿਆਰ ਹੈ, ਜਾਂ ਅੱਜ ਲੈ ਕੇ ਜਾ ਕੂੜਾ, ਤੇ ਫਿਰ ਉੱਤੇ ਪਤਾ। ਜਦੋਂ ਉਹਨਾਂ ਕੂੜਾ ਜਿਹਾ ਕੋਈ ਇਸ ਤਰ੍ਹਾਂ ਜਿਹੀ ਉਹ ਪਾਇਆ, ਕਹਿੰਦੇ ਅੱਜ ਏਦਾਂ ਨਹੀਂ, ਥੋੜਾ ਪਾਣੀ ਪਾ ਇਹਦੇ ਵਿੱਚ, ਪਾਣੀ ਪਾ ਕੇ ਇਹਨੂੰ ਘੋਲ, ਥੋੜਾ ਚਿੱਕੜ ਜਿਹਾ ਬਣਾਤਾ ਜਿਸ ਤਰ੍ਹਾਂ ਗਾਰਾ ਜਿਹਾ ਜਿੱਦਾਂ ਹੁੰਦਾ ਹੈ। ਕਹਿੰਦੇ ਇਹ ਲੈ ਕੇ ਜਾ। ਪਹਿਲਾਂ ਤਾਂ ਉਹ ਡਰ ਗਏ, ਕਹਿੰਦੇ ਮੈਂ ਨਹੀਂ, ਪਿਛਲੀ ਵਾਰੀ ਪਤਾ ਨਹੀਂ ਕਿੱਦਾਂ ਬਚੇ, ਹੁਣ ਕਿੱਦਾਂ ਬਚੇ। ਉਹ ਕਹਿੰਦੇ ਬੇਟੇ ਜਦ ਮੈਂ ਕਹਿ ਰਿਹਾ ਨਾ ਭਾਂਡਾ ਤਿਆਰ ਹੈ, ਜਾ ਤੂੰ। ਉਹ ਪਾਣੀ ਦੇ ਵਿੱਚ ਘੋਲ ਕੇ ਚਿੱਕੜ ਜਿਹਾ ਸਾਰਾ ਉੱਪਰ ਲੈ ਕੇ ਡਿਉੜੀ ਦੇ ਉੱਪਰ ਖੜੇ ਹੋ ਗਏ। ਜਦੋਂ ਸਾਰੇ ਲੰਘਦੇ ਪਏ ਸੀ, ਜਦੋਂ ਰਾਜਾ ਆਇਆ ਉੱਤੋਂ ਉਹਨਾਂ ਨੇ ਆ ਭਰੀ ਬਾਲਟੀ ਚਿੱਕੜ ਦੀ ਉਹਨਾਂ ਦੇ ਉੱਤੇ ਰੋੜ ਦਿੱਤੀ। ਉਹਨੇ ਟੋਕਰੀ ਸਿਰ ਤੇ ਚੁੱਕੀ ਸੀ, ਸਾਰੀ ਐਂ ਕਰਕੇ ਚੋ ਕੇ ਅੱਖਾਂ ਤੋਂ ਮੂੰਹ ਤੋਂ ਸਭ ਐਂ ਕਰਕੇ, ਉਹਦੇ ਜਿਹੜੇ ਕੱਪੜੇ ਵੀ ਖਰਾਬ ਹੋ ਗਏ। ਉਸੇ ਵੇਲੇ ਥੱਲੇ ਰੱਖ ਕੇ ਹੱਥ ਜੋੜ ਕੇ ਖੜਾ ਹੋ ਗਿਆ, ਅੱਖਾਂ ਭਰ ਆਈਆਂ, ਕਹਿਣ ਲੱਗਾ ਇਹ ਮਾਤਾ, ਕਹਿੰਦਾ ਇਹ ਤੇ ਮੇਰੇ ਗੁਰੂ ਦੇ ਘਰ ਦਾ ਅੰਮ੍ਰਿਤ ਹੈ। ਕਹਿੰਦਾ ਇਹ ਮੇਰੇ ਤੁਸੀਂ ਬੜੀ ਕਿਰਪਾ ਕੀਤੀ ਹੈ, ਮੈਂ ਇਹਦੇ ਲਾਇਕ ਨਹੀਂ ਹੈਗਾ ਇਸ ਚੀਜ਼ ਤੇ, ਜੋ ਤੁਸੀਂ ਮੈਨੂੰ ਬਖਸ਼ ਦਿੱਤਾ। ਉਸੇ ਵੇਲੇ ਸਤਿਗੁਰਾਂ ਨੇ ਸਭ ਕੁਛ ਦਿਆ ਕਰ ਦਿੱਤੀ। ਹੁਣ ਇਹ ਬਾਹਰ ਦੀਆਂ ਗੱਲਾਂ ਨਾਲ ਨਹੀਂ ਕੁਛ ਗੱਲ ਬਣਦੀ। ਇੱਕ ਤੇ ਅਸੀਂ ਸੇਵਾ ਕਰਦੇ ਹਾਂ, ਸੇਵਕ ਵੀ ਕਈ ਵਾਰੀ ਕਹਿੰਦਾ ਦੇਖੋ ਜੀ ਉਹਦਾ ਤੇ ਬਣਿਆ ਨਹੀਂ, ਉਹਨੂੰ ਤੇ ਇੰਨੀ, ਉਹ ਸਾਡੇ ਸਾਹਮਣੇ ਸੇਵਾ ਕਰਦਾ ਹੁੰਦਾ ਸੀ ਬੜਾ ਪੁਰਾਣਾ, ਇਹਦਾ ਤਾਂ ਕੁਛ ਬਣਿਆ ਨਹੀਂ, ਐਉਂ ਹੋਇਆ ਬਈ। ਜਦੋਂ ਤੱਕ ਇਹਦਾ ਵੀ ਮਨ ਮੰਨੇਗਾ, ਉਧਰੋਂ ਫਿਰ ਜਦੋਂ ਇਹਦਾ ਮਨ ਮੰਨ ਗਿਆ, ਤੇ ਫਿਰ ਗੁਰੂ ਦਾ ਮਨ ਵੀ ਮੰਨ ਜਾਏਗਾ। ਕਿਉਂਕਿ ਉਹਨਾਂ ਨੇ ਸਤਿਗੁਰਾਂ ਨੇ ਫਰਮਾਇਆ ਸੀ ਕਿ ਬਈ ਸਤਿਗੁਰ ਕੋਮਲ ਚਿੱਤ ਵੀ ਬੜੇ ਹੁੰਦੇ ਨੇ, ਔਰ ਕਈ ਕਈ ਮੌਤ ਚ ਫਰਮਾਉਣਾ ਕਿ ਲੋਹੇ ਦਾ ਥਣ ਹੁੰਦੇ ਨੇ। ਇਸ ਤਰ੍ਹਾਂ ਨਹੀਂ ਆ ਕਿ ਜੇ ਕੋਈ ਕਈ ਵਾਰੀ ਕਹਿ ਦਿੰਦੇ ਆ ਬਈ ਉਹ ਤਾਂ ਇਸ ਤਰ੍ਹਾਂ ਕਰਕੇ ਉਹਨਾਂ ਤੋਂ ਕੋਈ ਵੀ ਨਹੀਂ, ਆਪਣੀ ਮੌਤ ਚ ਆ ਕੇ ਭਾਵੇਂ ਸਭ ਕੁਝ ਬਖਸ਼ ਦੇਣ, ਜੇ ਕੋਈ ਸੋਚੇ ਕਿ ਮੈਂ ਲੁੱਟ ਲਵਾਂਗਾ ਉਹਨਾਂ ਨੂੰ, ਤੇ ਨਹੀਂ, ਕੋਈ ਚਤਰਾਈਆਂ ਨਹੀਂ ਉਹਨੂੰ ਕੋਈ ਲੁੱਟ ਸਕਦੀ, ਕੁਛ ਨਹੀਂ ਹੋ ਸਕਦਾ। ਇਸ ਕਰਕੇ ਆਪਣੇ ਅੰਦਰ ਸਤਿਗੁਰਾਂ ਦੇ ਬੱਚੇ ਆ, ਐਸੇ ਸ਼ਾਹੂਕਾਰ ਦੇ ਬਈ ਇਹ ਨਾਲ ਵਾਸਤਾ ਪਿਆ ਹੈ ਜਿਹੜਾ ਸਾਡੇ ਕੋਈ ਔਗਣ ਨਹੀਂ ਦੇਖਦਾ ਪਿਆ। ਪਰ ਥੋੜੀ ਜਿਹੀ ਅੰਦਰ ਝਾਤੀ ਮਾਰੀਏ ਤੇ ਬਈ ਦੇਖੀਏ ਵੀ ਜਿਹੜੇ ਕੰਮ ਲਈ ਉਹ ਕਹਿ ਰਿਹਾ ਕਿ ਕਿੱਡਾ ਕੀ ਸਾਨੂੰ ਕਹਿ ਕੀ ਰਿਹਾ, ਕਿਉਂ ਕਿੰਨਾ ਕੁ ਸਾਨੂੰ, ਮੈਂ ਕਈ ਵਾਰੀ ਦੱਸਿਆ ਹੈ ਕਿ ਬੜੀਆਂ ਬੜੀਆਂ ਸ਼ਰਤਾਂ ਰੱਖੀਆਂ ਜਾਂਦੀਆਂ ਨੇ ਬਾਹਰ।
ਜਿੰਨੇ ਜਣੇ ਵੀ ਆਪਾਂ ਬੈਠੇ ਆ, ਕਦੇ ਸੋਚ ਕੇ ਦੇਖੀਏ ਕਿ ਜਦੋਂ ਵੀ ਆਪਾਂ ਸਤਿਗੁਰਾਂ ਦੇ ਪਾਸ ਆਏ ਆ, ਜਦੋਂ ਵੀ ਪਹਿਲਾਂ ਵੀ ਕਿਤੇ ਆਉਂਦੇ ਸੀ, ਕਦੀ ਗੁਰੂ ਮਹਾਰਾਜ ਜੀ ਨੇ ਕਦੀ ਸਾਨੂੰ ਪੁੱਛਿਆ? ਜਿਹੜਾ ਰਸਤਾ ਉਹਨਾਂ ਦਾ ਮੇਨ ਹੈ, ਕਿ ਕਦੀ ਕਿੰਨਾ ਕੁ ਉਹਨਾਂ ਕਿ ਬਈ ਕਿੰਨੇ ਕੁ ਕਰਮ ਛੱਡੇ, ਜਾਂ ਕੋਈ ਕਿੰਨਾ ਕੁ ਭਜਨ ਸਿਮਰਨ ਕਰਦਾ ਹੁੰਦਾ ਹੈ, ਜਾਂ ਇੰਨਾ ਕਰਿਆ ਕਰ, ਉਹ ਕਰਿਆ ਕਰ। ਸਤਿਗੁਰਾਂ ਨੇ ਤੇ ਆਪ ਕਈ ਵਾਰੀ ਫਰਮਾਇਆ ਕਿ ਚਿੜੀਆਂ ਦੇ ਦੁੱਧ ਨਾਲ ਕਿਹੜੇ ਰਿੜਕੇ ਪੈਂਦੇ ਨੇ। ਬਈ ਇਕੱਲੀ ਭਜਨ ਸਿਮਰਨ ਦੀ ਗੱਲ ਨਹੀਂ ਹੈ, ਇਹ ਜਿੰਨਾ ਮਰਜ਼ੀ ਚੌਂਕੜਾ ਮਾਰ ਕੇ ਬੈਠਾ ਰਹੇ, ਜਦੋਂ ਤੱਕ ਇਹਦਾ ਮਨ ਨਹੀਂ ਉਸ ਆਏਗਾ, ਉਦੋਂ ਤੱਕ ਇਹਦਾ ਕੋਈ ਭਜਨ ਸਿਮਰਨ ਕੋਈ ਕੰਮ ਨਹੀਂ ਕਰਨਾ ਹੈ। ਪਹਿਲਾਂ ਉਹ ਮਨ ਦੇ ਵਿੱਚ ਵਿਸ਼ਵਾਸ, ਜਿਹਦੇ ਨਾਲ ਜੁੜਨਾ ਹੈ, ਜਿਹਦੇ ਉੱਤੇ ਵਿਸ਼ਵਾਸ ਨਹੀਂ ਹੈਗਾ, ਉੱਧਰਲੇ ਪਾਸੇ ਉਹਦੇ ਨਾਲ ਕੋਈ ਲਿੰਕ ਨਹੀਂ ਹੈਗਾ, ਤੇ ਇਹਦਾ ਭਜਨ ਸਿਮਰਨ ਕਿੱਥੇ ਜਾਏਗਾ? ਇਹਦਾ ਇਹ ਕਮਾਈ ਕਰਦਾ ਪਿਆ, ਬੈਂਕ 'ਚ ਜਾ ਕੇ ਕਹਿੰਦਾ ਫੜਾ ਦਾ ਪੈਸੇ ਜਮ੍ਹਾਂ ਕਰ ਦਿਓ, ਇਹਦਾ ਖਾਤਾ ਹੀ ਨਹੀਂ ਹੈਗਾ ਉਸ ਬੈਂਕ ਦੇ ਵਿੱਚ, ਇਹਦਾ ਉਹਨਾਂ ਨਾਲ ਕੋਈ ਤਾਲੁਕ ਹੀ ਨਹੀਂ ਹੈਗਾ। ਉਹ ਸੇਵਾ ਕੀਤੀ, ਕਿਹਦੇ ਵਾਸਤੇ ਸੇਵਾ ਕਰਦਾ ਪਿਆ? ਇਹ ਕਿਹਦੇ ਵਾਸਤੇ ਸਿਮਰਨ ਕਰਦਾ ਪਿਆ? ਇਹ ਬੇਨਤੀ ਕਿਹਦੇ ਅੱਗੇ ਕਰਦਾ ਪਿਆ? ਇਹ ਬੇਨਤੀ ਵੀ ਕਰਦਾ, ਇਹਦੇ ਅੱਗੇ ਕੋਈ ਸਰੂਪ ਨਹੀਂ ਹੁੰਦਾ। ਬਸ ਐਵੇਂ ਹੱਥ ਜੋੜ ਕੇ ਜਿੱਦਾਂ ਦੁਨੀਆ ਖਲੋ ਜਾਂਦੀ ਤਾਂ ਨੂੰ ਮੂੰਹ ਕਰਕੇ, ਇਹ ਨੀਲੀ ਛਤਰੀ ਵਾਲਿਆ, ਉਹ ਮੈਨੂੰ ਨੀਲੀ ਛਤਰੀ ਵਾਲਾ ਕਿਹੜਾ ਆ ਗਿਆ ਇੱਥੇ? ਇਹ ਕਿਹਨੂੰ ਪਤਾ ਹੀ ਨਹੀਂ ਹੈ ਕਿ ਮੈਂ ਕਿਹਨੂੰ ਚਿੱਠੀ ਪਾਉਂਦਾ ਪਿਆ, ਐਡਰੈਸ ਕਿਸੇ ਦਾ ਵੀ ਨਹੀਂ ਹੈਗਾ ਉੱਥੇ। ਕਿਉਂਕਿ ਸੁਖਣਾ ਸੁਖਦੇ ਨੇ, ਘਰੋਂ ਤੁਰਦੇ ਨੇ, ਆਉਂਦੇ ਆਉਂਦੇ ਰਸਤੇ 'ਚ ਕੋਈ ਮੰਦਿਰ, ਕੋਈ ਦਰਗਾਹ, ਕੋਈ ਕਬਰ ਆਈ, ਉੱਥੇ ਹੀ ਸੁਖਣਾ ਸੁੱਖੀ ਜਾਂਦੇ ਨੇ, ਆਹ ਮਿਲ ਜੇ, ਆਹ ਮਿਲ ਜੇ। ਕੰਮ ਹੋ ਵੀ ਗਿਆ, ਇਹਨੂੰ ਪਤਾ ਹੀ ਨਹੀਂ ਕਿੰਨੇ ਦਿੱਤਾ, ਫਿਰ ਉਨੀ ਥਾਵਾਂ ਤੇ ਫਿਰ ਸਿਰ ਘਸਾਉਂਦੇ ਜਾਂਦਾ। ਇੱਥੇ ਵੀ ਮੱਥਾ ਟੇਕ ਜਾਓ, ਇੱਥੇ ਵੀ ਮੱਥਾ ਟੇਕ ਜਾਓ, ਪਤਾ ਨਹੀਂ ਇਹਨੇ ਦਿੱਤਾ ਹੀ, ਪਤਾ ਨਹੀਂ ਇਹਨੇ ਕੀਤਾ ਹੀ, ਕਿੰਨੇ ਕੀਤਾ, ਪਤਾ ਕੁਛ ਵੀ ਨਹੀਂ। ਜੇ ਕਿਤੇ ਇੱਕ ਨਾ ਇਹਦਾ ਕੋਈ ਵਾਸਤਾ ਪਿਆ ਹੋਵੇ, ਇਹਨੂੰ ਪਤਾ ਲੱਗ ਜਾਏਗਾ, ਫਿਰ ਨਹੀਂ ਇਹਦਾ ਭਟਕਣਾ ਰਹੇਗੀ। ਸਤਿਗੁਰੂ ਦੀਆਂ ਭਟਕਣਾ ਮੁਕਾ ਦਿੰਦੇ ਨੇ ਫਿਰ ਸਾਰੀਆਂ। ਇਸ ਲਈ ਇੱਕੋ ਹੀ ਬੇਨਤੀ, ਇੱਕੋ ਹੀ ਕਿ ਬਣੇ ਤਾਂ ਸਤਿਗੁਰ ਸੇ ਬਣੇ। ਦੁਨੀਆ ਨਾ ਬਣੀ ਕੀ ਕਰੇਗੀ? ਮੈਂ ਕਿਹਾ ਕਿ ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸ ਜਾਏ। ਕੀ ਕਰੇਗਾ ਸਾਰਿਆਂ ਨਾਲ ਬਣਾ ਕੇ? ਸਾਰੇ ਇਹਦਾ ਕੀ ਸਵਾਰ ਕੀ ਲੈਣਗੇ ਇਹਦਾ? ਇੱਕ ਬਾਂਹ ਗੁਰੂ ਕੀ, ਲੱਖ ਬਾਂਹ ਕਿਆ ਹੋਏ। ਸਤਿਗੁਰ ਇਹਦੇ ਵੱਲ ਹੋਣ ਤੇ ਬਈ ਸਾਰੀ ਦੁਨੀਆ ਦੇ ਖਿਲਾਫ ਹੋਵੇ ਤਾਂ ਕੁਝ ਨਹੀਂ ਵਿਗਾੜ ਸਕਦੀ। ਪਰ ਸਤਿਗੁਰ ਇਹਦੇ ਨਾਲ ਨਾ ਹੋਣ ਤੇ ਸਾਰੀ ਦੁਨੀਆ ਖੜੀ ਹੋਵੇ ਨਾਲ, ਇਹਦਾ ਕੁਝ ਸਵਾਰ ਵੀ ਨਹੀਂ ਸਕਦੀ। ਅਰਜੁਨ ਨੇ ਕ੍ਰਿਸ਼ਨ ਜੀ ਨੂੰ ਮੰਗ ਲਿਆ ਕਿ ਸਤਿਗੁਰੂ ਜੀ ਤੁਸੀਂ ਮੇਰੇ ਨਾਲ ਆਓ। ਦੁਰਯੋਧਨ ਨੇ ਸੋਚਿਆ ਕਿ ਇਕੱਲਿਆਂ ਨਾਲ ਕਰਨਾ ਕੀ, ਸਾਰੀ ਸੈਨਾ ਲੈ ਲੈਂਦੇ ਆ। ਸਾਰੀ ਸੈਨਾ ਜਿਹੜੀ ਸੀ ਉਹਨਾਂ ਦੀ ਉਹ ਲੈ ਲੈਣੀ ਸੈਨਾ, ਪਰ ਨਹੀਂ, ਫਿਰ ਵੀ ਉਹ ਨਹੀਂ ਉਹ ਜਿੱਤ ਸਕੇ, ਕਿਉਂਕਿ ਸਤਿਗੁਰੂ ਉਹਦੇ ਵੱਲ ਨਹੀਂ ਸੀ। ਇਸ ਲਈ ਹਮੇਸ਼ਾ ਸਤਿਗੁਰਾਂ ਦੇ ਵਚਨਾਂ ਨੂੰ ਧਿਆਨ ਦੇ ਨਾਲ ਸੁਣ ਕੇ, ਵਿਚਾਰ ਕੇ, ਤੇ ਬਈ ਇਹ ਨਹੀਂ ਕਿ ਜਿੰਨੀ ਦੇਰ ਇੱਥੇ ਬੈਠੇ ਆ, ਮੈਂ ਇੱਕ ਵਾਰੀ ਸੁਣਾਇਆ ਸੀ ਕਿ 3 ਤਰ੍ਹਾਂ ਦੇ ਜਿਹੜੇ ਸੇਵਕ ਹੁੰਦੇ ਨੇ, ਉਹਦੇ 'ਚ ਇੱਕ ਆਇਆ ਸੀ ਪੱਥਰ ਦੀ ਤਰ੍ਹਾਂ। ਪੱਥਰ ਜਿੰਨੀ ਦੇਰ ਪਾਣੀ 'ਚ ਪਿਆ ਰਹਿੰਦਾ ਨਾ, ਉਨੀ ਦੇਰ ਤਾਂ ਐਂ ਲੱਗਦਾ ਹੈ ਕਿ ਐਂ ਬਿਲਕੁਲ ਤਰ ਹੋ ਗਿਆ, ਭਿੱਜ ਗਿਆ ਬਿਲਕੁਲ। ਪਾਣੀ 'ਚੋਂ ਬਾਹਰ ਕੱਢੋ, ਫਿਰ ਉਸੇ ਵੇਲੇ ਖੁਸ਼ਕੀ, ਉਸੇ ਵੇਲੇ ਖੁਸ਼ਕ ਹੁੰਦਾ ਜਾਂਦਾ ਹੈ। ਐਸਾ ਨਹੀਂ ਬਣਨਾ ਕਿ ਜਿੰਨੀ ਦੇਰ ਸਤਸੰਗ 'ਚ ਬੈਠੇ ਉਨੀ ਦੇਰ ਤਾਂ ਮਨ ਭਿੱਜ ਜਾਵੇ ਕਿ ਠੀਕ ਹੈ, ਠੀਕ ਹੈ, ਔਰ ਉੱਥੋਂ ਨਿਕਲਦਿਆਂ ਸਾਰੀ ਫਿਰ ਉਹੀ ਉਸੇ ਰਸਤੇ ਤੇ ਨਹੀਂ। ਮਨ ਜਿਹੜਾ ਆ ਹੈ ਕਿ ਹੱਥ ਕਾਰ ਵੱਲ ਚਿੱਤ ਯਾਰ, ਜੋ ਮਰਜ਼ੀ ਹੈ, ਡਿਊਟੀਆਂ ਨੇ, ਕਿਸੇ ਦੀ ਕੋਈ ਡਿਊਟੀ ਹੈ, ਕਿਸੇ ਦੀ ਕੋਈ ਡਿਊਟੀ ਹੈ, ਡਿਊਟੀਆਂ ਕਰੀਏ, ਪਰ ਉਹ ਜਿਹੜਾ ਰਸਤਾ, ਉਹ ਜਿਹੜੀ ਮਰਿਆਦਾ, ਉਹ ਇੱਕੋ ਹੀ ਹੈ। ਉਹਦੇ ਵਿੱਚ ਰਹਿ ਕੇ ਕਰੇ, ਬਈ ਕੋਈ ਇਹਨੂੰ ਕੋਈ ਘਾਟਾ ਨਹੀਂ ਕਿਸੇ ਚੀਜ਼ ਦਾ। ਤੇ ਟਾਈਮ ਬਹੁਤ ਹੋ ਗਿਆ, ਸਤਿਗੁਰ ਇੰਨੀ ਹਾਜ਼ਰੀ ਮਨਜ਼ੂਰ ਕਰਨ, ਦਇਆ ਕਿਰਪਾ ਕਰਨ, ਸਭ ਦੇ ਭਾਵ, ਸਭ ਨੂੰ ਸੱਚਾ ਭਾਵ ਭਰੋਸਾ ਬਖਸ਼ਣ, ਔਰ ਭਗਤੀ ਦੇ ਵਿੱਚ ਅਸੀਂ ਚੱਲ ਕੇ ਉਹ ਸਤਿਗੁਰੂ ਜੋ ਫਰਮਾਉਂਦੇ ਨੇ, ਜੋ ਬਚਨ ਸਤਿਗੁਰਾਂ ਦੇ ਆਉਂਦੇ ਨੇ, ਜਿਨ੍ਹਾਂ ਬਚਨਾਂ ਦੀ ਉਹ ਗੱਲ ਕਰਦੇ ਨੇ, ਜਿਹੜੇ ਮੁਕਾਮਾਂ ਦੀ, ਬਈ ਉਹ ਵੀ ਸਤਿਗੁਰ ਦਇਆ ਕਰਕੇ ਸਾਨੂੰ ਉੱਤੇ ਪਹੁੰਚਾਉਣ। ਰਾਧਾ ਸੁਆਮੀ ਜੀ, ਰਾਧਾ ਸੁਆਮੀ।